ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਹਾਲ ਹੀ ਵਿੱਚ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਉੱਤੇ ਰੱਖਿਆ ਗਿਆ। ਕੁਝ ਕੰਟਰੋਵਰਸੀ ਵੀ ਹੋਈ, ਬਹੁਤ ਸਾਰੇ ਟੀਵੀ ਡਿਬੇਟ ਵੀ। ਪਹਿਲੇ ਇਲਾਹਾਬਾਦ ਪ੍ਰਯਾਗਰਾਜ ਹੋ ਗਿਆ ਸੀ। ਮੋਦੀ ਜੀ ਨੇ ਅਹਿਮਦਾਬਾਦ ਵਿਚਲੇ ਇੱਕ ਵੱਡੇ ਕ੍ਰਿਕਟ ਸਟੇਡੀਅਮ ਦਾ ਨਾਮ ਬਦਲ ਕੇ ਆਪਣੇ ਹੀ ਨਾਮ ਉੱਤੇ ਰੱਖ ਲਿਆ। ਰੌਲਾ ਪਿਆ ਤਾਂ ਕਿਆ ਕਾਂਗਰਸੀਆਂ ਨੇ ਹਰ ਬਲਾਂ ਦਾ ਨਾਮ ਨਹਿਰੂ ਗਾਂਧੀ ਦੇ ਨਾਮ ਰੱਖ ਛੱਡਿਆ ਸੀ। ਨਾਵਾਂ ਨੂੰ ਲੈ ਕੇ ਦੇਸ਼ ਵਿੱਚ ਕਾਫੀ ਜੋਸ਼ੀਲਾ ਘੋਲ ਵਾਰ-ਵਾਰ ਹੁੰਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਹਿੰਦੁਸਤਾਨ ਦੀ ਆਨ ਬਾਨ ਸ਼ਾਨ ਬਚਾਉਣ ਲਈ ਅਕਬਰ, ਹਮਾਯੂੰ, ਬਾਬਰ ਦੇ ਨਾਮ ਮਿਟਾਉਣੇ ਹੁਣ ਜ਼ਰੂਰੀ ਹੋ ਗਏ ਹਨ। ਸ਼ਹਿਰੇ ਦਿੱਲੀ ਦੀ ਔਰੰਗਜ਼ੇਬ ਰੋਡ ਹੁਣ APJ ਅਬਦੁਲ ਕਲਾਮ ਰੋਡ ਵੱਜਦੀ ਹੈ। ਜਦੋਂ ਬਾਬਰੀ ਮਸਜਿਦ ਹੀ ਨਹੀਂ ਬਚੀ ਤਾਂ ਦੇਸ਼ ਦੀ ਰਾਜਧਾਨੀ ਵਿੱਚ ਬਾਬਰ ਰੋਡ ਕਿਉਂ ਹੋਵੇ। ਇਸ ਲਈ ਹਿੰਦੂ ਸੈਨਾ ਨੇ ਹੁਣ ਇਸ ਬੰਗਾਲੀ ਮਾਰਕੀਟ ਵਾਲੀ ਸੜਕ ਦਾ ਨਾਮ ਬਾਬਰ ਦੇ ਨਾਮ ਤੋਂ ਬਦਲ ਕੇ ਭਗਵਾਨ ਵਾਲਮੀਕੀ ਦੇ ਨਾਮ ਰੱਖਣ ਦੀ ਮੰਗ ਕਰ ਦਿੱਤੀ ਹੈ। ਸਾਡੇ ਇੱਥੇ ਵੀ ਵੱਡਾ ਬਦਲਾਅ ਇਹ ਆਇਆ ਕਿ ਸਿਆਸਤ ਅਤੇ ਕੁਰਸੀ ਨੇ ਕਿਸੇ ਦੇ ਸਿਰ ਉੱਤੇ ਹਮੇਸ਼ਾ ਲਈ ਪੱਗ ਧਰ ਦਿੱਤੀ, ਉਹ ਵੀ ਪੀਲੀ ਬਸੰਤੀ, ਸ਼ਹੀਦ ਭਗਤ ਸਿੰਘ ਦੇ ਸਟਾਈਲ ਵਾਲੀ। ਮੁੱਖ ਮੰਤਰੀ ਜਾਂ ਕਿਸੇ ਹੋਰ ਸਿਆਸੀ ਨੇਤਾ ਦੀਆਂ ਫੋਟੋਆਂ ਹਟਾ ਕੇ ਆਮ ਆਦਮੀ ਪਾਰਟੀ ਨੇ ਇੱਕ ਖਾਸ ਫੈਸਲਾ ਲਿਆ ਕਿ ਸੱਤਾ ਦੀ ਹਰ ਕੁਰਸੀ ਪਿੱਛੇ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੀਆਂ ਫੋਟੋਆਂ ਲਟਕਣਗੀਆਂ। ਇਹ ਸਿਰਫ ਕਾਸਮੈਟਿਕ ਸਟੈਪਸ ਨਹੀਂ ਹੁੰਦੇ। ਨਾਮ ਬਦਲਨੇ, ਫੋਟੋਆਂ ਬਦਲਣੀਆਂ, ਪੱਗ ਦੇ ਅੰਦਾਜ਼ ਅਪਣਾਉਣੇ ਸਿਰਫ ਦਿਖਾਵਾ ਨਹੀਂ ਹੁੰਦਾ। ਸਿਆਸੀ ਫੈਸਲੇ ਹੁੰਦੇ ਹਨ, ਗੰਭੀਰ ਸਿਆਸਤ ਦੀਆਂ ਅਲਾਮਤਾਂ ਹੁੰਦੇ ਹਨ। ਅੱਜ ਕੱਲ੍ਹ ਜਦੋਂ ਅਰਵਿੰਦ ਕੇਜਰੀਵਾਲ ਜੀ ਗੁਜਰਾਤ ਦੀਆਂ ਗਲੀਆਂ ਵਿੱਚ ਅਣਥੱਕ ਮਿਹਨਤ ਕਰ ਰਹੇ ਹਨ, ਹਿੰਦੂ ਹਿਰਦੇ ਸਮਰਾਟ ਤੋਂ ਵਧੇਰੇ ਵੱਡੇ ਹਿੰਦੂ ਬਣ ਰਹੇ ਹਨ, ਪ੍ਰਭੂ ਰਾਮ ਜੀ ਦੀ ਅਯੁੱਧਿਆ ਦੇ ਫ੍ਰੀ ਦਰਸ਼ਨਾਂ ਦੇ ਵਾਅਦੇ ਕਰ ਰਹੇ ਹਨ, ਤਾਂ ਉਹਨਾਂ ਦੇ ਦਿੱਲੀ ਦੇ ਇੱਕ ਮੰਤਰੀ ਸਾਹਿਬ ਰਜਿੰਦਰਪਾਲ ਗੌਤਮ ਹੋਰਾਂ ਨੇ ਬੌਧ ਧਰਮ ਦੀਕਸ਼ਾ ਸਮਾਰੋਹ ਵਿੱਚ ਹਿੱਸਾ ਲਿਆ। ਅੰਬੇਦਕਰ ਸਾਹਿਬ ਦੀ ਦੱਸੀ ਸਹੁੰ ਖਾਧੀ ਕਿ ਮੈਂ ਫਲਾਣੇ ਦੇਵੀ ਦੇਵਤਿਆਂ ਗ੍ਰੰਥਾਂ ਦੀ ਪੂਜਾ ਨਹੀਂ ਕਰਾਂਗਾ। ਭਾਜਪਾ ਨੇ ਇਸ ਨੂੰ ਕੇਜਰੀਵਾਲ ਦਾ ਹਿੰਦੂ ਵਿਰੋਧੀ ਚਿਹਰਾ ਕਿਹਾ ਤਾਂ ਕੁਰਸੀਆਂ ਪਿੱਛੇ ਅੰਬੇਦਕਰ ਦੀ ਫੋਟੋ ਲਟਕਾਉਣ ਵਾਲਿਆਂ ਵਿੱਚੋਂ ਰਜਿੰਦਰਪਾਲ ਗੌਤਮ ਹੋਰਾਂ ਦੀ ਮਦਦ ਨੂੰ ਕੋਈ ਨਾ ਬੋੜਿਆ। ਹੁਣ ਉਹਨਾਂ ਨੇ ਮੰਤਰੀ ਪਦ ਤੋਂ ਅਸਤੀਫਾ ਦੇ ਦਿੱਤਾ। ਇਹ ਹਵਾਈ ਅੱਡਿਆਂ ਜਾਂ ਸ਼ਹਿਰਾਂ ਜਾਂ ਸੜਕਾਂ ਦੇ ਨਾਮਕਰਨ, ਭਗਤ ਸਿੰਘ ਵਰਗੀ ਪੱਗ ਸਜਾਉਣ, ਕੁਰਸੀਆਂ ਪਿੱਛੇ ਫੋਟੋਆਂ ਲਟਕਾਉਣ ਜਾਂ ਰਜਿੰਦਰਪਾਲ ਗੌਤਮ ਦੇ ਅਸਤੀਫਾ ਦੇਣ ਵਰਗੇ ਘਟਨਾਕ੍ਰਮ ਸਭ ਇੱਕੋ ਹੀ ਗੱਲ ਨਾਲ ਜੁੜੇ ਹੋਏ ਹਨ। ਪੋਲਿਟਿਕਸ ਆਫ ਐਪਰੋਪ੍ਰੀਏਸ਼ਨ, ਕਿਸੇ ਵੱਡੇ ਦੀ ਵਿਰਾਸਤ ਨੇਕਨਾਮੀ ਨੂੰ ਹਥਿਆਉਣਾ, ਆਪਣੀ ਸਿਆਸਤ ਨੂੰ ਇਉਂ ਅੱਗੇ ਵਧਾਉਣਾ, ਕਿਸ ਦਾ ਸੱਤਾ ਵਿੱਚ ਹਿੱਸਾ ਕੱਟਿਆ ਜਾਵੇਗਾ, ਕਿਸ ਦਾ ਵਧੇਗਾ, ਇਹ ਦਰਸਾਉਣਾ। ਪਰ ਇਸ ਸਭ ਵਿੱਚ ਅੰਬੇਦਕਰ ਦੀ, ਗਾਂਧੀ ਦੀ, ਭਗਤ ਸਿੰਘ ਦੀ ਸਿਆਸਤ ਦਾ ਕਿੰਨਾ ਕੁ ਬੀਜ ਬਚਦਾ ਹੈ। ਇਸ ਤੋਂ ਪਹਿਲਾਂ ਕਿ ਕੋਈ ਦੇਸ਼ ਦਾ ਹੀ ਨਾਮ ਬਦਲੇ, ਚਰਚਾ ਤਾਂ ਹੁੰਦੀ ਰਹਿੰਦੀ ਹੈ। ਆਪਾਂ ਇਸ ਨਾਮਕਰਨ, ਨਾਮ ਬਦਲਣ, ਫੋਟੋਆਂ ਲਟਕਾਉਣ ਤੇ ਕਿਸੇ ਰਜਿੰਦਰਪਾਲ ਗੌਤਮ ਦੇ ਭਗਵਾਨ ਗੌਤਮ ਬੁੱਧ ਵੱਲ ਮੋੜਾ ਕੱਟ ਕੇ ਆਪਣੀ ਮਿਨਿਸਟਰੀ ਗਵਾਉਣ ਬਾਰੇ ਗੱਲ ਕਰ ਲਈਏ। ਅੱਜ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਿਲ ਨੇ ਪ੍ਰੋਫੈਸਰ ਅਕਸ਼ੇ ਕੁਮਾਰ ਜੀ। ਪ੍ਰੋਫੈਸਰ ਅਕਸ਼ੇ ਕੁਮਾਰ ਜੀ ਸਾਹਿਤ ਨਾਲ, ਅੰਗਰੇਜ਼ੀ ਦੇ ਸੱਭਿਆਚਾਰ ਦੇ ਨਾਲ ਸੰਬੰਧ ਰੱਖਦੇ ਨੇ, ਵਰਨੈਕੂਲਰ ਤੋਂ ਭਾਸ਼ਾਈ ਜਿਹੜਾ ਸਾਡਾ ਕਲਚਰ ਹੈ ਤੇ ਫਿਰ ਉਹ ਕਿਵੇਂ ਐਪਰੋਪ੍ਰੀਏਟ ਕੀਤਾ ਹੈ ਬਹੁਤ ਪੱਛਮ ਦੀਆਂ ਸੱਭਿਆਤਾਵਾਂ ਨੇ ਤੇ ਅਸੀਂ ਪੱਛਮ ਦੀਆਂ ਸੱਭਿਆਤਾਵਾਂ ਤੋਂ ਕਿਵੇਂ ਕਿੰਨਾ ਕੁਝ ਐਬਜ਼ੌਰਬ ਕੀਤਾ ਹੈ, ਇਸ ਸਭ ਨੂੰ ਬੜੀ ਨੇੜਿਓਂ ਪੜ੍ਹਦੇ ਲਿਖਦੇ ਨੇ। ਇਹ ਪੋਲਿਟਿਕਸ ਆਫ ਐਪਰੋਪ੍ਰੀਏਸ਼ਨ ਹੈ ਜਿਹੜੀ ਇੱਕ ਦੂਸਰੇ ਦੀ ਵਿਰਾਸਤ ਨੂੰ ਹਥਿਆਉਣ ਵਾਲਾ ਜਿਹੜਾ ਮਾਮਲਾ ਹੈ, ਇਸ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ। ਸਾਡੇ ਨਾਲ ਜੁੜ ਰਹੇ ਨੇ ਰਾਜੀਵ ਗੋਦਾਰਾ ਜੀ। ਰਾਜੀਵ ਗੋਦਾਰਾ ਜੀ ਪੋਲੀਟੀਕਲ ਐਕਟਿਵਿਸਟ ਨੇ, ਵਕੀਲ ਨੇ, ਸਵਰਾਜ ਇੰਡੀਆ ਦੇ ਨਾਲ ਜੁੜੇ ਹੋਏ ਨੇ। ਕੇਜਰੀਵਾਲ ਦੇ ਕ੍ਰਿਟਿਕਸ ਦੇ ਤੌਰ ਤੇ ਅਕਸਰ ਦੇਖੇ ਜਾਂਦੇ ਨੇ, ਪਰ ਇੱਥੇ ਅੱਜ ਇਸ ਜ਼ਾਵੀਏ ਤੋਂ ਗੱਲ ਕਰਨਗੇ ਕਿ ਇਹ ਜਿਹੜੇ ਨਾਮਾਂ ਦੀ ਸਿਆਸਤ ਹੈ, ਕਿਸੇ ਦੇ ਨਾਮ ਤੇ ਏਅਰਪੋਰਟ ਦਾ ਨਾਮ ਰੱਖਣਾ, ਸੜਕ ਦਾ ਨਾਮ ਰੱਖਣਾ, ਉਹਦੇ ਵਿੱਚ ਉਹ ਵਿਅਕਤੀ ਜਾਂ ਉਹਦੀ ਸੋਚ ਕਿੰਨੀ ਬਚਦੀ ਹੈ ਤੇ ਕਾਸਮੈਟਿਕ ਹਿੱਸਾ ਉਹਦਾ ਕਿੰਨਾ ਕੁ ਹੁੰਦਾ ਹੈ। ਅਕਸ਼ੇ ਕੁਮਾਰ ਜੀ, ਟਾਕ ਟੂ ਮੀ ਅਬਾਊਟ ਦਿਸ। ਕਿਉਂਕਿ ਇਹ ਲੱਗਦਾ ਕਿ ਬੜੇ ਅਲੱਗ-ਅਲੱਗ ਘਟਨਾਕ੍ਰਮ ਨੇ, ਕਿਧਰੇ ਕੋਈ ਯੋਗੀ ਆਦਿੱਤਿਆਨਾਥ ਨਾਮ ਬਦਲ ਰਹੇ ਨੇ। ਮੈਨੂੰ ਇਹ ਯਾਦ ਹੈ ਜਿਸ ਵੇਲੇ ਉਹ ਗੋਰਖਪੁਰ ਤੋਂ MP ਜਿੱਤਦੇ ਸੀ, ਉੱਥੇ ਇੱਕ ਉਰਦੂ ਬਾਜ਼ਾਰ ਸੀ ਤੇ ਉਹਨਾਂ ਨੇ ਕਿਹਾ ਕੱਲ੍ਹ ਤੋਂ ਇਹਦਾ ਨਾਮ ਹਿੰਦੀ ਬਾਜ਼ਾਰ ਰੱਖਿਆ ਜਾਵੇ। ਹੁਣ ਮਤਲਬ ਉਰਦੂ ਬਾਜ਼ਾਰ ਤੇ ਸੈਂਕੜੇ ਸਾਲਾਂ 'ਚ ਬਣਿਆ ਹੋਏਗਾ ਤੇ ਉਹਨਾਂ ਨੇ ਕਿਹਾ ਵੀ ਸ਼ਾਮ ਨੇ ਤਾਂ ਨਾ ਹਿੰਦੀ ਬਾਜ਼ਾਰ ਰੱਖਦੇ ਨੇ, ਆਪੇ ਹਿੰਦੀ ਸੱਭਿਅਤਾ, ਹਿੰਦੀ ਦਾ ਸਾਹਿਤ ਤੇ ਲੋਕ ਪੜ੍ਹਨਾ ਸ਼ੁਰੂ ਕਰ ਦੇਣਗੇ। ਵਨ ਇਜ਼ ਦੈਟ, ਵਾਟ ਡਜ਼ ਇਟ ਇੰਡੀਕੇਟ? ਮੈਂ ਕਿਉਂ ਆਮ ਆਦਮੀ ਪਾਰਟੀ ਨੂੰ ਜਿਹੜੀ ਹਮੇਸ਼ਾ ਅੰਬੇਦਕਰ ਦੀ ਸਹੁੰ ਖਾ ਕੇ ਤੁਰਦੀ ਹੈ, ਰਜਿੰਦਰਪਾਲ ਗੌਤਮ ਦੀ ਮਦਦ ਤੇ ਭੱਜ ਕੇ ਖੜਦਿਆਂ ਨਹੀਂ ਦੇਖਦੇ ਕਿ ਉਹ ਅੰਬੇਦਕਰ ਦੀ ਗੱਲ ਕਰ ਰਿਹਾ, ਜੋ ਅੰਬੇਦਕਰ ਨੇ ਕਿਹਾ ਸੀ ਉਹਨਾਂ ਨੇ ਕਿਹਾ। ਵੈਸੇ ਮੈਂ ਇਹ ਵੀ ਸੋਚ ਰਿਹਾ ਕਿ ਰਜਿੰਦਰਪਾਲ ਗੌਤਮ ਮਿਨਿਸਟਰ ਫॉर ਗੁਰਦੁਆਰਾ ਇਲੈਕਸ਼ਨਸ ਵੀ ਸੀਗੇ,
ਇਹ ਪੰਜਾਬ ਦੇ ਵਿੱਚੋਂ ਸਿੱਖ ਪੰਥ ਵਿੱਚੋਂ ਆਵਾਜ਼ ਕਿਉਂ ਨਹੀਂ ਆਈ ਕਿ ਭਾਈ ਇੱਕ ਬੰਦਾ ਆਪਣੀ ਸੋਚ ਤੇ ਆਪਣੀ ਕਨਵਿਕਸ਼ਨ ਤੇ ਖੜਾ ਗੱਲ ਕਰ ਰਿਹਾ? ਵਾਈ ਆਰ ਵੀ ਸੀਇੰਗ ਆਲ ਦਿਸ? ਦੇਖੋ, ਜੇ ਤੁਸੀਂ ਪੋਲਿਟਿਕਸ ਐਪਰੋਪ੍ਰੀਏਸ਼ਨ ਦੀ ਗੱਲ ਕੀਤੀ ਹੈ, ਹਮੇਸ਼ਾ ਤੋਂ ਇਤਿਹਾਸ ਬੜਾ ਡਾਇਨਾਮਿਕ ਰਿਹਾ ਹੈ ਤੇ ਉਹਦੇ ਅੰਦਰ ਨਾਮਾਂ ਨੂੰ ਲੈ ਕੇ ਬਹੁਤ ਜਦੋਜਹਿਦ ਰਹੀ ਹੈ। ਇਹਨੂੰ ਕਹਿੰਦੇ ਬੋਡੀ ਸਨੈਚਿੰਗ ਗੇਮ। ਬੋਡੀ ਸਨੈਚਿੰਗ, ਵਾਓ। ਕਬੀਰ ਤੋਂ ਲੈ ਕੇ ਹਿੰਦੂ ਕਹਿੰਦੇ ਸਾਡਾ, ਮੁਸਲਮਾਨ ਸਾਡੇ ਕਹਿੰਦੇ, ਤਾਂ ਮਿਲਿਆ ਤੇ ਉੱਤੇ ਫੁੱਲ ਮਿਲੇ ਆਖਿਰ ਚ ਉਹਦੇ, ਕੁਝ ਮਿਲਿਆ ਹੀ ਨਹੀਂ ਉੱਤੇ। ਨਾਨਕ ਦੇ ਬਾਰੇ ਚ, ਗੁਰੂ ਨਾਨਕ ਬਾਰੇ ਸੁਣਿਆ, ਕਬੀਰ ਦੇ ਬਾਰੇ ਚ ਵੀ ਹੈਗਾ। ਬਿਲਕੁਲ। ਤਾਂ ਇਹ ਤਾਂ ਜਦੋਜਹਿਦ ਹਮੇਸ਼ਾ ਨਾਮਾਂ ਨੂੰ ਲੈ ਕੇ ਰਹੀ ਹੈ। ਲੇਕਿਨ ਇੱਕ ਜਦੋਜਹਿਦ ਹੁੰਦੀ ਹੈ ਆਰਗੈਨਿਕ, ਜੋ ਲੋਕਾਂ ਦੇ ਫਲੋ ਦੇ ਨਾਲ, ਕਲਚਰ ਦੇ ਫਲੋ ਨਾਲ ਤੁਰਦੀ ਹੈ। ਉਹਦੇ ਅੰਦਰ ਤੁਹਾਨੂੰ ਇੱਕ ਵਾਇਲੈਂਸ ਨਜ਼ਰ ਨਹੀਂ ਆਉਂਦੀ। ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਹੋਣੀ, ਇਵੋਲਵ ਹੁੰਦੀ ਹੈ, ਇਵੋਲਵ ਹੁੰਦੀ। ਜਿਸ ਤੁਸੀਂ ਐਗਜ਼ਾਮਪਲ ਦਿੱਤੀ ਕਿ ਓਵਰਨਾਈਟ ਤੁਸੀਂ ਉਰਦੂ ਬਾਜ਼ਾਰ ਨੂੰ ਹਿੰਦੀ ਬਾਜ਼ਾਰ ਕਿਸ ਤਰ੍ਹਾਂ ਕਰਦੇ ਹੈ ਨਾ। ਹੁਣ ਜਿਵੇਂ ਹਿੰਦੁਸਤਾਨ ਦੇ ਪੋਸਟ ਇੰਡੀਪੈਂਡੈਂਸ ਇਤਿਹਾਸ ਨੂੰ ਦੇਖੀਏ, ਨੈਸ਼ਨਲ ਆਈਕਨ ਸੀ, 75 ਇਅਰਸ ਤੱਕ ਉਹ ਅਨਕੌਂਸ਼ੀਅਸ ਦਾ ਹਿੱਸਾ ਬਣੇ ਸਾਡੀ, ਲੋਕਾਂ ਨੇ ਇਨਵੈਸਟਮੈਂਟ ਹੋਈ ਉਹਨਾਂ। ਸਡਨਲੀ ਤੁਸੀਂ ਉਹਨੂੰ ਡਿਮੋਲਿਸ਼ ਕਰਕੇ ਇੱਕ ਨया ਪੈਂਥੀਅਨ ਖੜਾ ਕਰ ਦੋ, ਹੈ ਨਾ। ਮੈਂ ਨਹੀਂ ਕਹ ਰਿਹਾ ਨया ਪੈਂਥੀਅਨ ਨਹੀਂ ਬਣ ਸਕਦਾ, ਲੇਕਿਨ ਕੋਈ ਟਾਈਮ, ਕੋਈ ਇੱਕ ਉਹਦੀ ਇੱਕ ਬਲੈਂਡ ਕਿਸਮ ਨਾਲ ਉਹਦੀ ਕੋਈ ਹਾਲੇ ਕੋਈ ਉਹਦੀ, ਯੂ ਆਰ ਨਾਟ ਟੈਸਟਿੰਗ them ਪ੍ਰੋਪਰਲੀ, ਉਹਦੀ ਕੋਈ ਹਾਲੇ, ਇਹ ਜੋ ਰੀਰਾਈਟਿੰਗ ਆਫ ਹਿਸਟਰੀ ਦੇ ਨਾਂ ਤੇ ਇੱਕ ਵਲਗਰ ਜਿਹੜਾ ਖੇਲ ਸ਼ੁਰੂ ਹੋਇਆ ਹੈ। ਰੀਰਾਈਟਿੰਗ ਆਫ ਹਿਸਟਰੀ ਇਜ਼ ਪਰਫੈਕਟਲੀ ਆਲ ਰਾਈਟ, ਇਹ ਹੋਣੀ ਚਾਹੀਦੀ ਹੈ। ਹਿਸਟਰੀ ਕੋਈ ਇੱਕ ਵਨ ਟਾਈਮ ਡਿਸਕੋਰਸ ਨਹੀਂ ਹੈਗਾ, ਲੇਕਿਨ ਜਿਸ ਤਰ੍ਹਾਂ ਦੇ ਨਾਲ ਉਹਨੂੰ ਤੁਸੀਂ ਬਿਲਕੁਲ ਬਲੈਂਡਲੀ ਤੇ ਓਵਰਟਲੀ ਟਰਨ ਕਰਦੇ ਹੋ ਕਿ ਕੁਝ ਦਿਨ ਪਹਿਲਾਂ ਮੈਂ ਪ੍ਰੇਮਚੰਦ ਤੇ ਇੱਕ ਸੈਮੀਨਾਰ ਅਟੈਂਡ ਕਰ ਰਿਹਾ ਸੀ, ਐਂਡ ਸਮਬਡੀ ਸੈਡ ਕਿ ਪ੍ਰੇਮਚੰਦ ਨੂੰ ਪ੍ਰੋਗਰੈਸਿਵਸ ਨੇ ਪਰਪੇਟ ਕਰ ਲਿੱਤਾ, ਹੀ ਵਾਸ ਜਸਟ ਅ ਸਟੋਰੀ ਟੈਲਰ। ਤੁਸੀਂ ਜਿਹੜਾ ਜੇ ਪ੍ਰੇਮਚੰਦ ਪ੍ਰੋਗਰੈਸਿਵ ਨਹੀਂ ਤਾਂ ਪਤਾ ਨਹੀਂ ਕੌਣ। ਪ੍ਰੇਮਚੰਦ ਵਾਸ ਇਨ ਦ ਵੈਨਗਾਰਡ ਆਫ ਪ੍ਰੋਗਰੈਸਿਵ ਮੂਵਮੈਂਟ, ਬਿਲਕੁਲ, ਇਨ ਹਿਸ ਲਾਈਫ ਟਾਈਮ। ਬਿਲਕੁਲ, ਤੁਸੀਂ ਬਾਤ ਕਹਿ ਸਕਦੇ ਹੋ ਕਿ ਬਾਤ ਲੋਕਾਂ ਨੇ, ਇਨ ਹਿਸ ਲਾਈਫ ਟਾਈਮ ਹੀ ਵਾਸ ਇਨ ਦ ਵੈਨਗਾਰਡ ਆਫ ਇਟ। ਜੀ ਜੀ, ਮੈਂ ਇਹ ਕਹਿ ਰਿਹਾ ਕਿ ਨਾਮ ਬਦਲਦੇ ਰਹੇ ਹੈ, ਬਦਲਦੇ ਹੈ, ਲੇਕਿਨ ਉਹਨਾਂ ਦੇ ਪਿੱਛੇ ਇੱਕ डिस्कोर्स बनने च टाइम लगता है। एकदम आहिस्ता आहिस्ता उर्दू बाजार बनता है, आहिस्ता आहिस्ता चूड़ी वालान बनता है। बिल्कुल, उन्हें कितने साल लगे होने उन्होंने उर्दू बाजार बनने च। बिल्कुल, हुन की होया है कि हो क्यों रहा है? क्योंकि हुन जेडी मार्केटिंग दी जाए, ब्रांडिंग दी जाए, उन्होंने अपने बारे बहुत गलत फहमी है। गलत फहमी को खुशफहमी हो सकती है। वो सोचते हैं कि वो through the media, through the bombardment, right, they can overnight change the iconography। ਉਹ ਤਾਂ ਕਹਿੰਦੇ ਹੁਣ ਕਿਤਾਬ ਦੁਬਾਰਾ ਲਿਖ ਦੋ ਕਿ ਹਲਦੀ ਘਾਟੀ ਦੇ ਮੈਦਾਨ 'ਚ ਲੜਾਈ ਹੋਈ ਸੀ ਤੇ ਜਿੱਤਿਆ ਕੌਣ ਸੀ, ਆਪਾਂ ਅੱਜ ਫੈਸਲਾ ਚੇਂਜ ਕਰ ਦਿੰਦੇ ਹਾਂ। ਇਨਫੈਕਟ ਹੌਬਸਬੌਮ ਦੀ ਉਹ ਬੜੀ ਫੇਮਸ ਕਿਤਾਬ ਹੈ, ਰੀਇਨਵੈਂਟਿੰਗ ਦੀ ਟ੍ਰੈਡੀਸ਼ਨ। ਜੀ, ਐਰਿਕ ਹੌਬਸਬੌਮ ਦੀ। ਉਹ ਕਹਿੰਦਾ ਕਿ ਤੁਸੀਂ ਜੇ ਟ੍ਰੈਡੀਸ਼ਨ ਅਸੀਂ ਪਿੱਛੇ ਦੇਖਦੇ ਹਾਂ, ਪਿੱਛੋਂ ਟ੍ਰੈਡੀਸ਼ਨ ਬਣਦੀ, ਉਹ ਕਹਿੰਦਾ ਟ੍ਰੈਡੀਸ਼ਨ ਪਿੱਛੋਂ ਨਹੀਂ ਬਣਦੀ, ਟ੍ਰੈਡੀਸ਼ਨ ਅੱਜ ਦੇ ਸੰਦਰਭਾਂ 'ਚ ਬਣਦੀ ਹੈ ਤੇ ਉਹ ਦੇਖਿਆ ਜਾਂਦਾ ਕਿ ਅੱਜ ਦੇ ਸੰਦਰਭਾਂ 'ਚ ਪਿੱਛੇ ਸਾਡੇ ਲਈ ਕੀ ਅਵੇਲੇਬਲ ਹੈ। ਇਸੇ ਕਰਕੇ ਸਾਨੂੰ ਇਹ ਡਿਬੇਟ ਜ਼ਿਆਦਾ ਮਤਲਬ ਰੈਲੇਵੈਂਟ ਵੀ ਲੱਗਦਾ ਹੈ ਕਿ ਅੱਜ ਜੋ ਸਾਨੂੰ ਬੜੀ ਵਕਤੀ ਸਿਆਸਤ ਲੱਗ ਰਹੀ ਹੈ, ਦਰਅਸਲ ਇੱਕ ਟ੍ਰੈਡੀਸ਼ਨ ਕ੍ਰੀਏਟ ਕਰਨ ਦੀ, ਮੈਨੂਫੈਕਚਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਇੱਕ ਰਵਾਇਤ ਹੈ। ਰਾਜੀਵ ਗੁਦਾਰਾ ਜੀ, ਤੁਸੀਂ ਇਹਨਾਂ ਸਾਰੀਆਂ ਘਟਨਾਵਾਂ ਨੂੰ ਇੱਕ ਜਦੋਂ ਅਸੀਂ ਲੜੀ ਵਿੱਚ ਪਰੋ ਕੇ ਦੇਖਦੇ ਹਾਂ ਕਿ ਕਿਤੇ ਨਾਮਕਰਨ ਸ਼ਹਿਰਾਂ ਦੇ ਹੋ ਰਹੇ ਨੇ ਜਾਂ ਹਵਾਈ ਅੱਡਿਆਂ ਦੇ ਹੋ ਰਹੇ ਨੇ, ਜਾਂ ਰਜਿੰਦਰਪਾਲ ਗੌਤਮ ਹਰੀ ਕਿਤੇ ਜਾ ਕੇ ਕਿਤੇ ਬੁੱਧ ਦੀਕਸ਼ਾ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਫਿਰ ਉਹਨਾਂ ਦੇ ਨਾਲ ਕੋਈ ਨਹੀਂ ਖੜਦਾ। ਹਾਊ ਡੂ ਯੂ ਸੀ ਦਿਸ? ਇੱਕ ਤਾਂ ਰਾਜਿੰਦਰਪਾਲ ਗੌਤਮ ਦੀ ਘਟਨਾ ਨੂੰ ਜੇ ਯਾਦ ਰੱਖੀਏ, 5 ਅਕਤੂਬਰ ਨੂੰ ਇੱਕ ਕਰੀਬ ਹਜ਼ਾਰਾਂ ਲੋਕਾਂ ਨੇ ਇੱਕ ਦੀਕਸ਼ਾ ਲਈ, ਜਿਹਦੇ ਵਿੱਚ ਰਾਜਿੰਦਰਪਾਲ ਗੌਤਮ ਵੀ ਸੀ ਜੀ। ਉਹਨਾਂ ਨੇ 22 ਪ੍ਰਤਿਗਿਆਵਾਂ ਜਿਹੜੇ ਅੰਬੇਡਕਰ ਨੇ ਜਦੋਂ ਬੌਧ ਧਰਮ ਅਪਣਾਇਆ ਉਦੋਂ ਜਿਹੜੀਆਂ ਬੋਲੀਆਂ ਸੀ ਉਹਦਾ ਉਚਾਰਨ ਉੱਥੇ ਕੀਤਾ ਸਾਰਿਆਂ ਨੇ, ਉਹਨਾਂ ਨੇ ਵੀ ਕੀਤਾ। ਅਕਸਰ ਹੀ ਕੀਤਾ ਜਾਂਦਾ, ਅਕਸਰ ਇੱਕ ਪਹਿਲਾਂ ਵੀ ਇਹ ਚੱਲਦਾ ਰਿਹਾ। ਮੈਂ ਮਾਇਆਵਤੀ ਜੀ ਨੂੰ ਵੀ ਦੇਖਿਆ ਸਫਰ ਦੇ। ਉਸ ਤੋਂ ਬਾਅਦ ਬੀਜੇਪੀ ਨੇ ਕਿਹਾ ਕਿ ਦੇਖੋ ਜੀ, ਆਮ ਆਦਮੀ ਪਾਰਟੀ ਹਿੰਦੂ ਵਿਰੋਧੀ ਹੋਗੀ, ਕਿਉਂਕਿ ਉਸ ਪ੍ਰਤਿਗਿਆਵਾਂ ਦੇ ਵਿੱਚ ਮੈਂ ਰਾਮ को नहीं मानूंगा, मैं फलान देवी को नहीं मानूंगा, फलां को नहीं मानूंगा, वो इकोनोक्लास्टिक एक है अप्रोच। ਉਹਨਾਂ ਨੇ एकदम तेजी नाल अटैक किया। अटैक तो बाद दिल्ली सरकार, आम आदमी पार्टी चुप रही, परंतु जो दिल्ली वडोदरा गए अपना अरविंद केजरीवाल ते नाल भगवंत मान जी ते उत्थे जाके पोस्टर लगे हुए सी जिहदे अरविंद केजरीवाल दे सिर ते टोपी पाई हुई सी जिहड़ी मुस्लिम समुदाय दे लोग पांदे ने, ते पोस्टर लग्या सी हिंदू विरोधी केजरीवाल। उन्हें डैमन हो गया ना। हां, उन्होंने केजरीवाल ने उत्थे की किया। केजरीवाल वो कहंदा है कि जी मैं तो, मेरा जन्म जो है, मैं हनुमान को मानता हूँ, मेरे पे असीम कृपा है, मेरा जन्म तो जन्माष्टमी के दिन होया, कृष्ण जन्माष्टमी दिन मैनू भगवान ने इत्थे भेजा है, इत्थे जिहड़े कंस दी औलाद है उन्हां दा नाश करन वास्ते मैनू स्पैशल एक काम दे के भेजा, मैं तो आया ही इस करके
ਜਨਮ ਹੀ ਮੇਰਾ ਤਾਂ ਇਸ ਕਰਕੇ ਹੋਇਆ। ਨਾਲ ਭਗਵੰਤ ਮਾਨ ਜੀ ਵੀ ਖੜੇ ਸੀ। ਕਿਤੇ ਮੇਰੇ ਮਨ 'ਚ ਗਲਤੀ ਨਾਲ ਵਿਚਾਰ ਆ ਜੇ ਵੀ ਅਕਾਲ ਪੁਰਖ ਨੇ ਕਿਰਪਾ ਕੀਤੀ ਆ, ਉੱਥੇ ਗਏ ਨੇ ਤੇ ਹੋ ਸਕਦਾ ਕੋਈ ਅਵਗਿਆ ਹੋ ਜਾਵੇ, ਬਲਾਸਫੇਮੀ ਹੋ ਜਾਵੇ। ਹੁਣ ਇੱਕ ਪਾਸੇ ਤਾਂ ਇਹ ਹੋ ਰਿਹਾ ਸੀ, ਦੂਜੇ ਪਾਸੇ ਰਾਜਿੰਦਰਪਾਲ ਗੌਤਮ ਦੀ ਪ੍ਰਤੀਗਿਆਵਾਂ ਲੈਣ ਤੇ ਸਵਾਲ ਉਠਾ ਰਹੀ ਸੀ ਬੀਜੇਪੀ। ਇਸ ਪੂਰੇ ਦੌਰ ਦੇ ਵਿੱਚ ਤੇ ਰਾਜਿੰਦਰਪਾਲ ਗੌਤਮ ਵੀ ਉਹਨਾਂ ਦੇ ਦੌਰੇ ਦੇ ਜਿੰਨੇ ਪਾਰਟੀ ਦੀ ਲਾਈਨ ਸੀ ਉਹਨੂੰ ਟਵੀਟ ਕਰ ਰਹੇ ਸੀ। ਸ਼ਾਮ ਹੁੰਦੇ ਹੁੰਦੇ ਰਾਜਿੰਦਰਪਾਲ ਗੌਤਮ ਦਾ ਇਸਤੀਫਾ ਆ ਜਾਂਦਾ ਹੈ। ਅਰਵਿੰਦ ਕੇਜਰੀਵਾਲ ਤੇ ਉਹਦੀ ਪਾਰਟੀ ਲਗਾਤਾਰ ਚੁੱਪ ਰਹੀ। ਹੁਣ ਸਵਾਲ ਇੱਥੇ ਖੜਾ ਹੁੰਦਾ ਹੈ, ਹਲੇ ਤੱਕ ਚੁੱਪ ਨੇ। ਸਵਾਲ ਇੱਥੇ ਖੜਾ ਹੁੰਦਾ ਹੈ, ਤੁਸੀਂ ਭਗਤ ਸਿੰਘ ਤੇ ਅੰਬੇਡਕਰ ਦੀ ਫੋਟੋ ਲਾਉਂਦੇ ਹੋ, ਤੁਸੀਂ ਅੰਬੇਡਕਰ ਦੀ ਗੱਲ ਕਰਨ ਵਾਲਿਆਂ ਬਾਰੇ ਇੱਕ ਸ਼ਬਦ ਬੋਲਣਾ ਪਸੰਦ ਨਹੀਂ ਕਰਦੇ ਕਿਸੇ ਸਟੇਜ ਤੱਕ ਵੀ। ਉਹ ਇਸਤੀਫਾ ਦੇ ਦਿੰਦੇ ਨੇ ਤੇ ਉਹ ਇੰਟਰਵਿਊ 'ਚ ਕਹਿੰਦੇ ਨੇ ਹਿੰਦੂ ਦੇ ਵਿੱਚ ਕਿ ਵੀ ਮੇਰੀ ਪਾਰਟੀ ਨੂੰ ਗੁਜਰਾਤ ਦੇ ਵਿੱਚ ਚੋਣਾਂ ਦਾ ਨੁਕਸਾਨ ਹੋ ਜਾਣਾ ਸੀ, ਇਸ ਕਰਕੇ ਮੈਂ ਇਸਤੀਫਾ ਦੇਤਾ ਹੈ। ਮੈਨੂੰ ਕਿਹਾ ਕਿਸੇ ਨੇ ਨਹੀਂ, ਪਰ ਮੈਂ ਆਪਦੀ ਲਾਈਨ ਤੇ ਖੜਾ, ਮੈਂ ਉੱਥੇ ਖੜਾ ਰਹਾਂਗਾ। ਕੱਲ ਉਹਨਾਂ ਨੇ ਯਾਤਰਾ ਵੀ ਬੌਧ ਧਰਮ ਧਾਰਨ ਕਰਨ ਤੋਂ ਬਾਅਦ ਅਜੇ ਉਹਨਾਂ ਨੇ ਸੱਚ ਬੋਲਣ ਦਾ ਫੈਸਲਾ ਕਾਇਮ ਰੱਖਿਆ। ਹੁਣ ਤੁਸੀਂ ਜਦੋਂ ਇਹ ਸਾਰੀ ਚੀਜ਼ ਨੂੰ ਵੇਖਦੇ ਹੋ, ਫਿਰ ਭਗਤ ਸਿੰਘ ਦੀ ਵੀ ਗੱਲ ਤੁਸੀਂ ਕਰਦੇ ਹੋ, ਫਿਰ ਭਗਤ ਸਿੰਘ ਨੂੰ ਤੇ ਅੰਬੇਡਕਰ ਨੂੰ ਤੁਸੀਂ ਕਿਸ ਤਰ੍ਹਾਂ ਅਪਣਾ ਰਹੇ ਹੋ, ਕਿ ਕਿਹੜੀ ਚੀਜ਼ ਹੈ ਉਹਦੀ ਜਿਹੜੀ ਅਪਣਾ ਰਹੇ ਹੋ। ਮੇਰਾ ਦਿੱਕਤ ਇਹ ਨਹੀਂ ਕਿ ਤੁਸੀਂ ਫੋਟੋ ਲਾ ਲਈ, ਫੋਟੋ ਲਾ ਲਓ, ਫੋਟੋ ਨੂੰ ਉਹ ਫਰੇਮ ਦੇ ਵਿੱਚ ਇਸ ਤਰ੍ਹਾਂ ਕੈਦ ਨਾ ਕਰ ਦਿਓ ਕਿ ਉਹਦਾ ਵਿਚਾਰ ਕੋਈ ਬਾਹਰ ਆਵੇ ਨਾ, ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਟਸ ਅ ਪ੍ਰੋਬਲਮ ਦੈਟ ਅਦਰ ਪੀਪਲ ਆਰ ਆਲਸੋ ਡੂਇੰਗ। ਫੋਟੋ ਵਿੱਚੋਂ ਅੰਬੇਦਕਰ ਕੱਢ ਕੇ ਹੀ ਅੰਬੇਦਕਰ ਦੀ ਫੋਟੋ ਲੱਗਦੀ ਹੈ ਪਿੱਛੇ, ਜਦੋਂ ਸੀਐਮ ਦੀ ਕੁਰਸੀ ਪਿੱਛੇ ਲੱਗਦੀ ਹੈ। ਮੈਂ ਤੁਹਾਨੂੰ ਇਹਦੇ ਵਿੱਚ ਦੋ, ਮੈਂ ਸਿਰਫ ਇਹ ਕਹਿਣਾ ਚਾਹ ਰਿਹਾ ਸੀ, ਇਫ ਯੂ ਕੈਨ ਟੇਕ ਦਿਸ, ਕਿ ਭਾਜਪਾ ਨੇ ਵੀ ਤਾਂ ਇਹੋ ਜਿਹੇ ਬਹੁਤ ਆਈਕਨ ਜਿਹੜੇ ਨੇ ਉਹ ਬੜੇ ਜ਼ੋਰ ਸ਼ੋਰ ਨਾਲ ਅਪਣਾਏ ਨੇ। ਅੰਬੇਦਕਰ ਤੇ ਭਗਤ ਸਿੰਘ ਭਾਜਪਾ ਨੂੰ ਵੀਰ ਸਾਵਰਕਰ, ਦੀਨ ਦਿਆਲ ਉਪਾਧਿਆਏ ਦੇ ਨਾਲ ਹੀ ਪੁੱਗਦੇ ਨੇ, ਉਹ ਗੁਰੂ ਗੋਲਵਾਕਰ ਦੇ ਨਾਲ ਹੀ ਪੁੱਗਦੇ ਨੇ, ਭਾਵੇਂ ਉਹਨਾਂ 'ਚ ਕਿੰਨਾ ਵੀ ਤਜ਼ਾਦ ਹੋਵੇ ਆਪਸ ਵਿੱਚ। ਸਰ ਇਹ ਜਿਹੜਾ ਨਾਵਾਂ ਨਾਲ ਹੋਇਆ, ਵਿਅਕਤੀਆਂ ਨਾਲ ਹੋਇਆ, ਉਹਨਾਂ ਦੇ ਵਿਚਾਰ ਨੂੰ ਕੱਢ ਕੇ ਵਿਅਕਤੀਆਂ ਦੀ ਗੱਲ ਕਰਨਾ, ਭਗਤ ਸਿੰਘ ਦੇ ਨਾਲ ਸਭ ਤੋਂ ਨਾ ਗਾਂਧੀ ਨਾਲ ਬਹੁਤ ਪਹਿਲਾਂ ਸ਼ੁਰੂ ਹੋ ਗਿਆ, ਕਾਂਗਰਸ ਤੋਂ ਲੈ ਕੇ ਸਾਰਿਆਂ ਨੇ ਕੀਤਾ। ਭਗਤ ਸਿੰਘ ਨਾਲ ਵੀ ਹੋਇਆ। ਬੀਜੇਪੀ ਜਿਹੜਾ ਕਰਦੀ ਹੈ, ਇੱਕ ਪਾਸੇ ਦੇਸ਼ ਦੇ ਵਿੱਚ ਵਿਦੇਸ਼ 'ਚ ਜਾ ਕੇ ਪ੍ਰਧਾਨ ਮੰਤਰੀ ਮਹਾਤਮਾ ਗਾਂਧੀ ਨੂੰ ਬਹੁਤ ਉੱਚਾ ਥਾਂ ਦਿੰਦੇ ਨੇ, ਪਰ ਇੱਥੇ ਉਹਨਾਂ ਦੀ ਸੰਸਦ ਨਾਥੂਰਾਮ ਗੋਡਸੇ ਦੀ ਫੋਟੋ ਲਾ ਕੇ ਉਹਦੀ ਪ੍ਰੇਜ਼ ਕਰਦੀਆਂ ਨੇ, ਜਿਹੜੀ ਉਹਨਾਂ ਦੀ ਪਾਰਟੀ ਦੀ ਸੰਸਦ ਹੈ। ਉਹ ਦੋਨੋਂ ਕਰਦੇ ਨੇ, ਉਹ ਗਾਂਧੀ ਦਾ ਵੀ ਨਾਮ ਲੈਂਦੇ ਨੇ, ਉਹਨਾਂ ਦੇ ਅਨੁਯਾਈ ਕੁਝ ਨਾਥੂਰਾਮ ਗੋਡਸੇ ਦਾ ਟੈਂਪਲ ਵੀ ਬਣਾ ਦਿੰਦੇ ਨੇ। ਉਹਨਾਂ ਦੀ ਸੰਸਦ ਹੈ ਸਰ। ਇਸ ਕਰਕੇ ਪਾਰਟੀ ਦੀ ਲਾਈਨ ਕੀ ਹੋਏਗੀ? ਪਾਰਟੀ ਇਹ ਕਰ ਸਕਦੀ ਹੈ ਕੋਈ ਵੀ ਕਿ ਵੀ ਅੰਬੇਡਕਰ ਨੂੰ ਮੰਨਣ ਵਾਲਾ ਜਾਂ ਬੌਧ ਧਰਮ ਨੂੰ ਮੰਨਣ ਵਾਲਾ, ਸਿੱਖ ਧਰਮ ਨੂੰ ਮੰਨਣ ਵਾਲਾ, ਪਾਰਟੀਆਂ ਦੇ ਵਿੱਚ ਵੀ ਵਿਅਕਤੀਆਂ ਨੂੰ ਆਪਦੇ ਧਰਮ ਨੂੰ ਮੰਨਣ ਦੀ ਆਜ਼ਾਦੀ ਹੋਏਗੀ। ਦੈਟ ਇਜ਼ ਵਨ ਥਿੰਗ। ਪਰ ਇੱਥੇ ਤਾਂ ਗੱਲ ਚਲਦੇ ਚਲਦੇ ਇੱਥੇ ਆ ਗਈ ਹੈ ਕਿ ਪਾਰਟੀ ਦੀ ਕੋਈ ਰਾਜਨੀਤਿਕ ਦਿਸ਼ਾ ਹੀ ਨਹੀਂ। ਤੁਸੀਂ ਨਾ ਦੀ ਫੋਟੋ ਇਸ ਕਰਕੇ ਲਾਉਂਦੇ ਹੋ, ਨਾ ਇਸ ਕਰਕੇ ਯੂਜ਼ ਕਰਦੇ ਹੋ ਕਿ ਸਾਡੀ ਰਾਜਨੀਤਿਕ ਦਿਸ਼ਾ ਉਹਨਾਂ ਤੋਂ ਪ੍ਰੇਰਿਤ ਹੈ ਗਿਆ ਸੀ, ਫਿਰ ਉਹਨਾਂ ਦੀ ਰਾਜਨੀਤਿਕ ਗੱਲ ਕੋਈ ਨਹੀਂ ਕਰਨੀ। ਮੈਂ ਕਹਿੰਦਾ ਰਾਜਿੰਦਰਪਾਲ ਗੌਤਮ ਦਾ ਬੀਇੰਗ ਬੌਧ ਧਰਮ ਅਪਣਾਉਣ ਦੇ ਇਹ ਉਹਦਾ ਰਿਲੀਜੀਅਸ ਰਾਈਟ ਹੈ, ਜਿਹੜਾ ਸਾਡੇ ਦੇਸ਼ ਦਾ ਸੰਵਿਧਾਨ ਵੀ ਅਲਾਉ ਕਰਦਾ। ਪਾਰਟੀ ਵੀ ਇਹ ਨਹੀਂ ਕਹਿੰਦੀ ਸਾਡੀ ਪਾਰਟੀ 'ਚ ਸਿਰਫ ਇਹ ਹੋਣਗੇ। ਜੇ ਅਰਵਿੰਦ ਕੇਜਰੀਵਾਲ ਕਹਿੰਦੇ ਮੈਂ ਹਨੂਮਾਨ को मानता हूं, हम अयोध्या लोगों ਨੂੰ ਲੈ ਕੇ ਜਾਵਾਂਗੇ, फ्री ऑफ कॉस्ट ਲੈ ਕੇ ਜਾਵਾਂਗੇ, ਤੇ ਫਿਰ ਰਾਜਿੰਦਰਪਾਲ ਗੌਤਮ ਤੇ ਕਿਉਂ ਇਤਰਾਜ਼ ਹੈ? ਇਸ ਕਰਕੇ ਮੈਂ ਬੀਜੇਪੀ ਦੀ ਗੱਲ ਕਰ ਰਿਹਾ ਸੀ। ਬੀਜੇਪੀ ਨੇ ਵੀ ਜਿਹੜਾ ਕੀਤਾ ਕਿ ਉਹਨਾਂ ਦੀ ਸੰਸਦ, ਉਹਨਾਂ ਦੇ ਲੋਕ, ਉਹਨਾਂ ਦੇ ਸਮਰਥਨ 'ਚ ਖੜੇ ਲੋਕ ਗਾਂਧੀ ਦੀ ਫੋਟੋ ਰੱਖ ਕੇ ਉਹਦੀ ਗੋਲੀਆਂ ਚਲਾਉਂਦੇ ਫੋਟੋਆਂ ਖਿਚਾਉਣਗੇ। ਇਹ ਜਦੋਂ ਹੋਏਗਾ ਫਿਰ ਉਹ ਅੰਬੇਡਕਰ ਨਾਲ ਕੀ ਕਰ ਰਹੇ ਨੇ? ਆਰ ਦੇ ਲਾਈਕ ਅਸ ਓਨਲੀ, ਅਸੀਂ ਸਵੇਰ ਤੋਂ ਸ਼ਾਮ ਤੱਕ ਗੁਰੂ ਦਾ ਨਾਮ ਲੈਣੇ ਆ, ਗੁਰੂ ਅਨਸਾਰ ਕਿੰਨੇ ਕੋਈ ਜੀਵਨ, ਉਹਨਾਂ ਨੂੰ ਪਤਾ ਲੱਗ ਗਿਆ ਅਸੀਂ ਉਹੋ ਜਿਹੇ ਹੈਗੇ ਆ ਤੇ ਉਹ ਉਹੋ ਜਿਹੇ ਬਣਦੇ ਜਾ ਰਹੇ ਨੇ। ਵੀ ਆਰ ਈਚ ਅਦਰਸ ਰਿਫਲੈਕਸ਼ਨ। ਅੰਬੇਡਕਰ ਦੀ ਗੱਲ ਕੀਤੀ ਨਾ, ਮੈਂ ਕੁਇਕਲੀ the discourse, just few seconds left in this discourse ਸੁਣਦਾ ਰਹਾ, just a minor footnote to what he said। ਦੇਖੋ ਅੰਬੇਡਕਰ ਨੂੰ ਲੋਕ ਕਹਿੰਦੇ ਕਿ ਉਹਨੇ ਮਨੂ ਸਮ੍ਰਿਤੀ ਦਾ ਬਾਈਕਾਟ ਕੀਤਾ, that was aberration or extrapolation। ਉਹਦੇ ਕਿਸ ਚੀਜ਼ ਨੂੰ ਫੜਦੇ ਹੋ? ਉਹਦੀ ਧੰਮਾਂ ਨੂੰ। ਧੰਮਾਂ ਨੂੰ ਟ੍ਰਾਂਸਲੇਟ ਕਰਦੇ ਧਰਮ ਦਾ ਇੱਕ ਅਪਭ੍ਰੰਸ਼ ਹੈ। ਦਿਸ ਇਜ਼ ਅ ਕਾਈਂਡ ਆਫ ਅ ਡਿਵੀਜ਼ਨ। ਸੋ ਜਿੰਨੇ ਵੀ ਵੱਡੇ ਥਿੰਕਰ ਹੋਏ, ਭਗਤ ਸਿੰਘ ਤੋਂ ਲੈ ਕੇ ਗਾਂਧੀ ਤੋਂ ਲੈ ਕੇ, ਆਬਵੀਅਸਲੀ ਇਹਨਾਂ ਨੇ ਵੀ ਤਾਂ ਬਹੁਤ ਡਿਸਕੋਰਸਸ ਨੂੰ ਸਿਮਿਲੇਟ ਕਰਨ ਦੀ ਕੋਸ਼ਿਸ਼ ਕੀਤੀ। ਬਿਲਕੁਲ ਤੇ ਉਹ ਬੜੀ ਐਬੀਰੇਸ਼ਨਸ ਵੀ ਹੋਣਗੀਆਂ, ਜ਼ਿੰਦਗੀ ਦੇ ਵੱਖ-ਵੱਖ ਮਰਹਲਿਆਂ ਦੇ ਉੱਤੇ ਅਲੱਗ-ਅਲੱਗ ਫੋਰਟ ਫੜ ਹਿੰਦ ਸਵਰਾਜ ਦਾ ਗਾਂਧੀ ਬਿਲਕੁਲ ਅਲੱਗ ਸੀ। ਇਹ ਬੜਾ ਕਲੀਅਰ ਹੈ ਕਿ ਜਿਹੜੀ ਪੋਲੀਟੀਕਲ ਪਾਰਟੀ ਹੈ, ਹਾਊ ਕੈਨ ਦੈਟ ਸੇਮ ਪੋਲੀਟੀਕਲ ਪਾਰਟੀ ਅਡੋਰ ਭਗਤ ਸਿੰਘ, ਅੰਬੇਡਕਰ ਐਂਡ ਗਾਂਧੀ ਇਨ ਵਨ ਗੋ? I will talk about it. This is interesting. Question that can be. मैं ब्रेकली रुक रहा कि कोई पॉलिटिकल पार्टी ਇਹਨਾਂ ਤਿੰਨ ਜਿਹਨਾਂ ਦਾ ਆਪਸ ਵਿੱਚ ਹੀ ਬਹੁਤ ਆਜ਼ਾਦ ਹੈ, ਬਹੁਤ ਜ਼ਿਆਦਾ ਕਨਫਲਿਕਟ ਨੇ। ਇਸ ਨੂੰ ਕਿਵੇਂ ਜੀ ਅਸੀਂ ਚਰਚਾ ਕਰ ਰਹੇ ਹਾਂ ਜਿਹੜੀ ਨਾਮਕਰਨ ਦੀ ਸਿਆਸਤ ਹੈ, ਸ਼ਹਿਰਾਂ ਦੇ, ਸੜਕਾਂ ਦੇ, ਹਵਾਈ ਅੱਡਿਆਂ ਦੇ ਨਾਮ ਬਦਲਨੇ, ਜਾਂ ਮਹਾਤਮਾ ਬੁੱਧ ਦੇ ਦੀਕਸ਼ਾ ਸਮਾਰੋਹ ਦੇ ਉੱਤੇ ਬਹੁਤ ਧਰਮ ਧਾਰਨ ਕਰਦਿਆਂ ਹੋਇਆਂ ਅੰਬੇਦਕਰ ਸਾਹਿਬ ਦੀਆਂ ਲਿਖੀਆਂ ਵਾਜ਼ ਉਹ ਸੁਆਂ ਖਾਣੀਆਂ ਤੇ ਫਿਰ ਪਾਰਟੀ ਦੇ ਵਿੱਚ ਆਪਣੀ ਮਿਨਿਸਟਰੀ ਗਵਾ ਬੈਠਣੀ ਸਰਕਾਰ ਦੇ ਵਿੱਚ, ਜੋ ਅਸੀਂ ਦਿੱਲੀ ਦੇ ਵਿੱਚ ਹੁੰਦਾ ਦੇਖਿਆ, ਤੇ ਆਮ ਆਦਮੀ ਪਾਰਟੀ ਦਾ ਉਹ ਆਪਣੇ ਉਸ ਸੱਜਣ ਲਈ ਨਾ ਖੜੇ ਹੋਣਾ। ਇਹ ਸਾਰਾ ਵਰਤਾਰਾ ਸਾਨੂੰ ਆਪਣੇ ਬਾਰੇ, ਆਪਣੀ ਸਿਆਸਤ ਬਾਰੇ, ਆਪਣੇ ਸਿਆਸਤਦਾਨਾਂ ਬਾਰੇ ਕੀ ਦੱਸਦਾ? ਸਾਡੇ ਨਾਲ ਪ੍ਰੋਫੈਸਰ ਅਕਸ਼ੇ ਕੁਮਾਰ ਜੀ ਨੇ ਅਤੇ ਰਾਜੀਵ ਗੋਦਾਰਾ ਜੀ ਨੇ। ਪ੍ਰੋਫੈਸਰ ਅਕਸ਼ੇ ਕੁਮਾਰ ਜੀ, ਇਹ ਬੀਜੇਪੀ ਦਾ ਜਿਹੜਾ ਲਾਰਜਰ ਪੋਲੀਟੀਕਲ ਰਾਈਟੋਰਿਕ ਆ ਅਸੀਂ ਦੇਖਿਆ,
ਬਹੁਤ ਸਾਰੀਆਂ ਸਾਡੀਆਂ ਹਿਸਟੋਰੀਕਲ ਫਿਗਰਸ ਨੇ, ਪੋਲੀਟੀਕਲ ਫਿਗਰਸ ਨੇ ਜਿਨ੍ਹਾਂ ਦਾ ਮੈਨੂੰ ਇੰਝ ਲੱਗਦਾ ਵੀ ਜੇ ਇੱਕ ਕਮਰੇ 'ਚ ਬੈਠ ਜਾਣ ਤੇ ਅੰਦਰੋਂ ਕਾਫੀ ਰੌਲੇ ਗੋਲੇ ਦੀਆਂ ਆਵਾਜ਼ਾਂ ਆ ਸਕਦੀਆਂ ਨੇ। ਮਤਲਬ ਤੁਸੀਂ ਸਾਵਰਕਰ ਨੂੰ ਤੇ ਸ਼ਹੀਦ ਭਗਤ ਸਿੰਘ ਨੂੰ ਤੇ ਸਰਦਾਰ ਪਟੇਲ ਨੂੰ ਤੇ ਮਹਾਤਮਾ ਗਾਂਧੀ ਨੂੰ ਤੇ ਅੰਬੇਦਕਰ ਸਾਹਿਬ ਨੂੰ, ਦਇਆਨੰਦ ਵਿਵੇਕਾਨੰਦ ਨੂੰ ਇੱਕ ਕਮਰੇ 'ਚ ਬਿਠਾ ਦਿਓ, ਪਰ ਬੀਜੇਪੀ ਹੈਜ਼ ਐਨ ਐਡੂਲੇਸ਼ਨ ਫॉर ਆਲ ਆਫ ਦਿਸ। ਉਹ ਇਹਨਾਂ ਸਾਰਿਆਂ ਨੂੰ ਮੰਨਦੀ ਹੈ। ਰਾਜੀਵ ਗੁਦਾਰਾ ਜੀ ਕਹਿ ਰਹੇ ਨੇ ਕਿ ਇਹਨਾਂ ਕਨਫਲਿਕਟਸ ਨੂੰ ਵੀ ਨੈਗੋਸ਼ੀਏਟ ਕੀਤਾ ਜਾ ਸਕਦਾ ਹੈ, ਇਹ ਕੰਟੈਸਟਡ ਸਪੇਸਿਸ ਹੁੰਦੀਆਂ ਨੇ, ਪਰ ਜੋ ਹੁਣ ਸਾਡੇ ਸਾਹਮਣੇ ਹੋ ਰਿਹਾ, ਜਿਸ ਢੰਗ ਤਰੀਕੇ ਦੇ ਨਾਲ ਇਹ ਅਪਣਾਈਆਂ ਜਾ ਰਹੀਆਂ ਨੇ ਅਲੱਗ-ਅਲੱਗ ਫਿਗਰਸ, ਉਹ ਕੀ ਕਹਿੰਦਾ ਮਤਲਬ ਸਿੱਖਾਂ ਦੇ ਵਿੱਚ ਇਹ ਸਮੱਸਿਆ ਤੇ ਪੰਥ ਵੀ ਲਈ ਫਿਰਦਾ ਨਾ। ਤੇ ਤੁਸੀਂ ਜਿਸ ਦਿਨ ਮਰਜ਼ੀ, ਮੈਂ ਇੱਥੇ ਇੱਕ ਡਿਬੇਟ ਕਰਦਾ ਛੋਟਾ ਜਿਹਾ, ਜੇ TRP ਵਗੈਰਾ ਵਰਗਾ ਕੋਈ ਬੋਝ ਹੋਵੇ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੰਤ ਸਨ ਕਿ ਨਹੀਂ ਸਨ, ਤੇ ਨਾਲ ਦੀ ਨਾਲ ਹੀ ਉਹ ਐਪਰੋਪ੍ਰੀਏਸ਼ਨ ਦੀ ਸਾਰੀ ਪੋਲਿਟਿਕਸ ਸਟਾਰਟ ਹੋ ਜਾਏਗੀ। ਤੇ ਇੱਕ ਭਿੰਡਰਾਂਵਾਲਾ ਤੋਂ ਅੰਮ੍ਰਿਤਪਾਲ ਸਿੰਘ ਤੱਕ ਦੀ ਇੱਕ ਲਾਈਨ, ਤੇ ਉਸ ਲਾਈਨ ਦੇ ਉੱਤੇ ਤਲਵਾਰਬਾਜ਼ੀ ਕਰਨ ਵਾਲੀ ਇੱਕ ਪੂਰੀ ਭੀੜ ਜੰਪ ਕਰ ਉੱਠੇਗੀ। ਸੋ ਟਾਕ ਟੂ ਮੀ ਅਬਾਊਟ ਦਿਸ ਕਿ ਇਹ ਜਿਨ੍ਹਾਂ ਦੀ ਇੰਨੇ ਜ਼ਿਆਦਾ ਆਈਡੀਓਲੋਜੀਕਲ ਕਨਫਲਿਕਟਸ ਨੇ, ਉਹਨਾਂ ਨੂੰ ਐਪਰੋਪ੍ਰੀਏਟ ਕਿੱਦਾਂ ਕਰਨ 'ਚ ਪੋਲੀਟੀਕਲ ਪਾਰਟੀ ਕਾਮਯਾਬ ਹੋ ਜਾਂਦੀ। ਦੈਟ ਮੀਨਸ ਦੇ ਆਰ ਸ਼ੋਰਨ ਆਫ ਪੋਲਿਟਿਕਸ। ਬਿਲਕੁਲ ਪੋਲੀਟੀਕਲ ਇਨਕੈਸ਼ਮੈਂਟ ਹੈ, ਸਿੰਪਲ ਜੀ ਗੱਲ ਹੈ, ਪੋਲੀਟੀਕਲ ਇਨਕੈਸ਼ਮੈਂਟ ਹੈ। ਇੱਕ ਜਿਹੜਾ ਆਈਕਨ ਹੈ, ਇਹਨਾਂ ਨੂੰ ਇੱਕ ਕਮਿਊਨਿਟੀ ਜਾਂ ਉਹਦੇ ਫਰਦਰ ਜੇ ਡਿਵੀਜ਼ਨ ਹੋ ਸਕਦੇ ਉਹ ਐਪਰੋਪ੍ਰੀਏਟ ਕਰਦੇ ਹੈ। ਤਾਂ ਉਹਨੂੰ ਲੱਗਦਾ ਕਿ ਅਸੀਂ ਵੀ ਵੁੱਡ ਕ੍ਰੀਏਟ ਅ ਕਾਈਂਡ ਆਫ ਅ ਰੇਨਬੋ ਕੋਏਲੀਸ਼ਨ, ਪੈਂਥੀਅਨ ਵਿੱਚ ਉਹਦਾ ਤੇ ਇਹ ਜਿਹੜਾ ਇਹ ਪੋਲੀਟੀਕਲ ਇਨਕੈਸ਼ਮੈਂਟ ਨਹੀਂ ਹੈਗਾ। ਇਹ ਜਿਹੜਾ ਤੁਸੀਂ ਪੋਲਿਟਿਕਸ ਆਫ ਨੇਮਿੰਗ ਕਰ ਰਹੇ ਹੋ, ਜਿਹੜਾ ਐਪਰੋਪ੍ਰੀਏਸ਼ਨ ਕਰ ਰਹੇ ਹੋ, ਹਰ ਜਗ੍ਹਾ ਹਰ ਲੈਵਲ ਤੇ ਹੈਗਾ। ਮੈਂ ਦੂਜੀ ਗੱਲ ਇਹਨੂੰ ਡਿਸਟਰੈਕਟ ਨਹੀਂ ਕਰਨਾ ਚਾਹੁੰਦਾ, ਪਰ ਲੁੱਕ ਐਟ ਹਾਊ ਚੰਡੀਗੜ੍ਹ ਫॉर इंस्टेंस, you create a new Chandigarh University here, encashment of any kind। ਸ਼ਹਿਰ ਦਾ ਨਾਮ ਕੰਮ ਆਉਂਦਾ ਹੈ, ਸ਼ਹਿਰ ਦਾ ਨਾਮ ਕੰਮ, ਤੁਸੀਂ ਚੰਡੀਗੜ੍ਹ ਯੂਨੀਵਰਸਿਟੀ ਬਣਾਤੀ, ਚੰਡੀਗੜ੍ਹ 'ਚ ਹੈ ਹੀ ਨਹੀਂ ਉਹ ਜੀ। ਮੈਂ ਕਹਿ ਰਿਹਾ ਕਿ ਜਿਹੜੀ ਇਨਕੈਸ਼ਮੈਂਟ ਦੀ ਤੇ ਲੋਕਾਂ ਨੂੰ, ਇਹ ਲੋਕ ਅੱਜ ਕੱਲ ਆਈਡੈਂਟੀਟੇਰੀਅਨ ਪੋਲਿਟਿਕਸ ਦੇ ਅੰਦਰ ਇੰਨੇ ਜ਼ਿਆਦਾ ਹੋ ਗਏ, ਉਹਨਾਂ ਨੂੰ ਲੱਗ ਨਹੀਂ ਰਿਹਾ ਕਿ ਉਹ ਸਬਸਟੈਂਟਿਵ ਐਪਰੋਪ੍ਰੀਏਸ਼ਨ ਹੈ ਜਾਂ ਕਾਸਮੈਟਿਕ ਹੈ। ਉਹਨਾਂ ਨੂੰ ਲੱਗ ਹੀ ਨਹੀਂ ਰਿਹਾ। ਅੰਬੇਡਕਰ ਦੀ ਫੋਟੋ, ਸੋ ਗਾਂਧੀ ਦਾ ਤੁਸੀਂ ਸਿਰਫ ਚਸ਼ਮਾ ਪਾਤਾ ਸਮਝਦਾ, ਗਾਂਧੀ ਨੂੰ ਤੁਸੀਂ ਪੂਰੀ ਸਮਝ ਦਿੱਤੀ, ਉਹਦੇ ਬਾਅਦ ਗਾਂਧੀ ਕਿਤੇ ਵੀ ਨਹੀਂ ਹੈਗਾ। ਰਾਜੀਵ ਗੁਦਾਰਾ ਜੀ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹ ਕੰਟੈਸਟ ਵੀ ਆਪਸ ਵਿੱਚ ਸੰਭਾਲੇ ਜਾ ਸਕਦੇ ਨੇ, ਕਿਸ ਤਰ੍ਹਾਂ ਸੰਭਾਲੇ ਜਾਂਦੇ ਨੇ? ਮਤਲਬ ਲੈਫਟ ਆਪਣਾ ਇੱਕ ਭਗਤ ਸਿੰਘ ਕੱਢ ਲਵੇ ਕਿ ਉਹਦੀ ਬੜੀ ਰੈਡੀਕਲ ਆਈਡੀਓਲੋਜੀ ਹੈ, ਬੀਜੇਪੀ ਇੱਕ ਆਪਣਾ ਭਗਤ ਸਿੰਘ ਕੱਢ ਲਵੇ ਕਿ ਆਰੀਆ ਸਮਾਜੀ ਸੀ ਤੇ ਨੈਸ਼ਨਲਿਸਟ ਸੀ, ਬੜਾ ਅਲਟਰਾ ਨੈਸ਼ਨਲਿਸਟ ਸੀਗਾ, ਤੇ ਇਸੇ ਤਰੀਕੇ ਦੇ ਨਾਲ ਗਾਂਧੀਵਾਦੀ ਇੱਕ ਆਪਣਾ ਭਗਤ ਸਿੰਘ ਕੱਢ ਲੈਣ। ਦੇਖੋ ਜਦੋਂ ਤੁਸੀਂ ਬੰਦੇ ਨੂੰ ਬੀਜੇਪੀ ਨੇ ਆਪਣਾ ਅੰਬੇਦਕਰ ਵੀ ਤਾਂ ਕੱਢਿਆ ਹੋਇਆ ਨਾ, ਥਾਟਸ ਔਨ ਪਾਕਿਸਤਾਨ ਵਾਲਾ ਅੰਬੇਦਕਰ ਹੈ, ਕਿਉਂਕਿ ਉਹਦੇ ਚੋਂ ਚੈਰੀ ਪਿਕਿੰਗ ਕਰਕੇ ਉਹਨੂੰ ਐਂਟੀ ਮੁਸਲਿਮ ਪੇਸ਼ ਕੀਤਾ ਜਾ ਸਕਦਾ, ਉਹਨਾਂ ਨੇ ਆਪਣਾ ਅੰਬੇਦਕਰ ਕੱਢ ਲਿਆ। ਜਦੋਂ ਤੁਸੀਂ ਇਸ ਤਰ੍ਹਾਂ ਕੱਢਦੇ ਹੋ, ਜਿਹੜਾ ਬੰਦਾ ਆਪਦੀ ਲਾਈਫ ਦੇ ਵਿੱਚ, ਮਤਲਬ ਜੈ ਪ੍ਰਕਾਸ਼ ਨਾਰਾਇਣ ਸੀ ਜੀ, ਉਹ ਕਿੱਥੋਂ ਸ਼ੁਰੂ ਹੋਇਆ? ਉਹ ਤਾਂ ਗਾਂਧੀਅਨ ਨਹੀਂ ਸੀਗਾ, ਉਹ ਤਾਂ ਮਾਰਕਸਿਸਟ ਸੀਗਾ। ਅੱਜ ਕੱਲ ਸਾਰਿਆਂ ਨੂੰ ਪੁੱਗ ਰਿਹਾ, ਆਖਿਰ 'ਚ ਆ ਕੇ ਉਹ ਗਾਂਧੀ ਦੀ ਗੱਲ ਕਰਦਾ ਜੀ। ਹੁਣ ਆਪਦੀ ਲਾਈਫ ਦੇ ਵਿੱਚ ਜਿਹੜਾ ਉਹਨੇ ਨਵਾਂ ਸਿੱਖਿਆ, ਨਵਾਂ ਸੋਚਿਆ, ਹੁਣ ਤੁਸੀਂ ਉਹਦੀ ਬਚਪਨ ਦੇ ਕਿਸੇ ਦੌਰ ਦੀ ਘਟਨਾ ਨੂੰ ਲੈ ਕੇ ਕਹੋਗੇ ਸਾਡਾ ਵੀ ਹੈ, ਇਹ ਨਹੀਂ ਹੋ ਸਕਦਾ। ਉਹਨੇ ਜਿਹੜਾ ਇਵੋਲਵ ਕਰ ਲਿਆ, ਤੁਹਾਨੂੰ ਉਹਦੇ ਨਾਲ ਡੀਲ ਕਰਨਾ ਪਏਗਾ। ਮੈਂ ਤੁਹਾਨੂੰ ਦੋ ਛੋਟੇ ਇੰਸਟੈਂਸਸ ਦੱਸਣਾ ਚਾਹਨਾ, ਜਿਹੜੇ ਮੈਨੂੰ ਹਮੇਸ਼ਾ ਯਾਦ ਰਹਿੰਦੇ ਨੇ ਤੇ ਵਿਚਲਿਤ ਵੀ ਕਰਦੇ ਨੇ। ਸਾਲਾਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਇੱਕ ਬਹੁਤ ਪ੍ਰੋਗਰੈਸਿਵ ਸੈਕਸ਼ਨ ਨੇ ਭਗਤ ਸਿੰਘ ਦੇ ਸ਼ਹਾਦਤ ਦਿਵਸ ਤੇ ਪ੍ਰੋਗਰਾਮ ਕੀਤਾ। ਉੱਥੇ ਇੱਕ ਬਹੁਤ ਭਗਤ ਸਿੰਘ ਦੇ ਪੜ੍ਹਨ ਲਿਖਣ ਵਾਲੇ ਬੰਦੇ, ਉਹਨਾਂ ਨੇ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਭਗਤ ਸਿੰਘ ਦੀ ਫੋਟੋ ਫਰੇਮ ਕਰਾ ਕੇ ਰੱਖੀ ਹੈ, ਸਾਡੇ ਫਲਾਣੇ ਸਾਥੀ ਲੈ ਕੇ ਆਏ ਸੀ, ਤੇ ਤੁਸੀਂ ਲੈ ਜਾਓ, ਆਪਦੇ ਘਰਾਂ ਚ ਲਾਇਓ, ਖਾਸ ਕਰਕੇ ਪੰਜਾਬੀ ਜ਼ਰੂਰ ਲੈ ਜਾਓ। ਅੱਛਾ ਜੀ। ਐਂਡ ਆਈ ਸਿੰਪਲੀ ਸੈਡ, ਸਰ ਕੀ ਕਿਹਾ? ਦੈਨ ਹੀ ਰਿਅਲਾਈਜ਼ਡ ਕਿ ਵਾਟ ਹੀ ਸੈਡ। ਇਹ ਉਹਦੀ ਪੋਲੀਟੀਕਲ ਚੇਤਨਾ ਸੀ ਜਿਹੜੀ ਪਹਿਲਾਂ ਜਾਗੀ ਨਹੀਂ ਹੋਈ ਸੀ, ਮੇਰੇ ਕੀ ਕਿਹਾ ਤੋਂ ਜਾਗ ਪਈ। ਦੂਜੇ ਪਾਸੇ ਇੱਕ ਥਾਂ ਤੇ ਭਗਤ ਸਿੰਘ ਤੇ ਇੱਕ ਡਾਕੂਮੈਂਟਰੀ ਦਿਖਾਈ ਗਈ, ਉਹ ਬੰਦਾ ਉਹ ਤੇ ਬੋਲਿਆ ਜਿਹਨੇ ਬੰਦੇ ਨੇ ਭਗਤ ਸਿੰਘ ਤੇ ਕਿਤਾਬਾਂ ਲਿਖੀਆਂ ਨੇ, ਹਿਸਟੋਰੀਅਨ ਨੇ, ਉਹਨਾਂ ਨੇ ਕਈ ਵਾਰ ਉਹਨਾਂ ਨੇ ਕਿਹਾ ਵੀ ਜੇ ਸ਼ਹੀਦਾਂ ਨੂੰ ਪੜ੍ਹੋਗੇ ਤੇ ਬੰਦਾ ਇਨਸਾਨ ਬਣਦਾ, ਨਹੀਂ ਤਾਂ ਨਹੀਂ ਬਣਦਾ। ਗੱਲਬਾਤ ਖਤਮ ਹੋਣ ਤੋਂ ਬਾਅਦ ਉੱਥੇ ਸਾਡੇ ਕਸ਼ਮੀਰ ਦੇ ਦੋਸਤ ਵੀ ਬੈਠੇ ਸੀ, ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੀ। ਮੈਂ ਕਿਹਾ ਜੀ ਤੁਸੀਂ ਬਹੁਤ ਗੱਲਾਂ ਕੀਤੀਆਂ ਭਗਤ ਸਿੰਘ ਬਾਰੇ, ਇਹ ਮੇਰਾ ਦੋਸਤ ਇਹ ਜਾਣਨਾ ਚਾਹੁੰਦਾ ਹੈ ਕਿ ਅੱਜ ਜਿਹੜਾ ਕਸ਼ਮੀਰ ਦਾ ਸਵਾਲ ਹੈ, ਭਗਤ ਸਿੰਘ ਅੱਜ ਹੁੰਦੇ ਤੇ ਕਸ਼ਮੀਰ ਦੇ ਸਵਾਲ ਬਾਰੇ ਉਹ ਕੀ ਹੁੰਦਾ ਵੀ ਉਹਨਾਂ ਦਾ? ਤੁਸੀਂ ਤਾਂ ਪੜ੍ਹਿਆ ਪੂਰੀ ਤਰ੍ਹਾਂ। ਸਵਾਲ ਸਾਡੇ ਸਾਹਮਣੇ ਭਗਤ ਸਿੰਘ ਦਾ ਨਾਂ ਲੈਣਾ ਨਹੀਂਗਾ, ਇਹ ਸਾਡੇ ਸਾਹਮਣੇ ਜਿਹੜੇ ਸਵਾਲ ਨੇ ਇਹਨਾਂ ਬਾਰੇ ਭਗਤ ਸਿੰਘ ਦੀ ਅੱਜ ਲਾਈਨ ਕੀ ਹੁੰਦੀ, ਦੈਟ ਇਜ਼ ਦ ਕੁਐਸਚਨ ਨੰਬਰ 1। ਨੰਬਰ 2, ਜੇ ਸ਼ਹੀਦਾਂ ਨੂੰ ਤੇ ਭਗਤ ਸਿੰਘ ਨੂੰ ਪੜ੍ਹਨ ਤੋਂ ਬਾਅਦ ਇਨਸਾਨ ਬਣਦਾ ਹੈ, ਵਿਅਕਤੀ ਇਨਸਾਨ ਬਣਦਾ ਹੈ, ਤੇ ਫਿਰ ਭਗਤ ਸਿੰਘ ਮਰਦ ਸੀ ਤੇ ਜੱਟ ਸੀ, ਇਹ ਤੁਹਾਡੀ ਗੱਲ 'ਚ ਬਾਰ-ਬਾਰ ਕਿਉਂ ਆ ਰਿਹਾ ਸੀ ਕਿ ਇਹ ਇਨਸਾਨ ਹੋ ਜਾਣ ਦੀ ਨਿਸ਼ਾਨੀਆਂ? ਇਹ ਨੋਸ਼ਨਸ ਤਾਂ ਖੈਰ ਕੁਐਸਚਨ ਹੋ ਰਹੀਆਂ ਨੇ। ਸਵਾਲ ਇਹ ਹੈ ਕਿ ਪੋਲਿਟਿਕਸ ਇਹਦੇ ਨਾਲ ਕਿੰਨਾ ਗੁੱਥਮ-ਗੁੱਥਮ ਹੁੰਦਾ ਹੈ। ਮੈਂ ਤੁਹਾਨੂੰ ਇੱਕ ਸੈਕਿੰਡ ਇਫ ਯੂ ਕੈਨ ਜਸਟ ਪੁੱਲ ਅਕਸ਼ੇ ਜੀ ਇਨਟੂ ਇਟ। ਫੈਕਟ ਇਜ਼ ਕਿ ਜਿਹੜੀ ਪਪੂਲਰ ਮਾਸ ਪੋਲਿਟਿਕਸ ਹੈ, ਇਹ ਪੋਸੀਬਲ ਨਹੀਂ ਹੁੰਦੀ ਅਨਲੈਸ ਐਂਟਿਲ ਤੁਸੀਂ
ਪਪੂਲਰ ਹਿਸਟੋਰੀਕਲ ਫਿਗਰਸ ਨੂੰ ਆਪਣੇ ਬਿਆਨੀਏ ਦੇ ਵਿੱਚ ਲੈ ਕੇ ਆਓ। ਉਹਦੇ 'ਚ ਪ੍ਰੋਬਲਮ ਹੁੰਦੀ ਹੈ ਕਿ ਤੁਸੀਂ ਹੁਣ ਜੇ ਪਪੂਲਰ ਫਿਗਰ ਨੂੰ ਲੈ ਕੇ ਆਣਾ ਤੇ ਨੈਚੁਰਲੀ ਆਪਣਾ ਸਭ ਦੀਆਂ ਜ਼ਿੰਦਗੀਆਂ ਦੇ ਵਿੱਚ ਇੰਨੇ ਤਜ਼ਾਦ ਹੁੰਦੇ ਨੇ, ਜਿਹੜੇ ਬੰਦੇ ਬਹੁਤ ਸੋਚ ਵਿਚਾਰਨ ਪੜ੍ਹਨ ਲਿਖਣ ਦਾ ਕੰਮ ਕਰਦੇ ਨੇ ਉਹ ਜ਼ਿੰਦਗੀ 'ਚ ਬਹੁਤ ਇਵੋਲਵ ਵੀ ਕਰਦੇ ਨੇ, ਬਦਲਦੇ ਵੀ ਨੇ। ਫਿਰ ਉਹਦੇ 'ਚੋਂ ਬੀਜੇਪੀ ਇੱਕ ਅੰਬੇਦਕਰ ਨੂੰ ਕੱਢ ਲੈਂਦੀ ਹੈ ਕਿ ਇਹ ਆਥਰ ਹੈ ਜੀ ਪਾਕਿਸਤਾਨ ਔਰ ਪਾਰਟੀਸ਼ਨ ਆਫ ਇੰਡੀਆ ਦਾ, ਇਸ ਕਰਕੇ ਐਂਟੀ ਮੁਸਲਿਮ ਉਹਦੀਆਂ ਸਟੇਟਮੈਂਟਸ ਕੰਮ ਆ ਜਾਣਗੀਆਂ। ਕਾਂਗਰਸ ਇੱਕ ਅੰਬੇਦਕਰ ਨੂੰ ਕੱਢ ਲੈਂਦੀ ਹੈ ਕਿ ਇਹ ਹਨ ਉਹ ਨਹਿਰੂ ਦੀ ਪੈਂਥੀਅਨ ਦੇ ਲੋਕ ਜਿਹੜੇ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਬਣੇ ਸੀ, ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਬਣਾਇਆ। ਤੇ ਲੈਫਟ ਇੱਕ ਅੰਬੇਦਕਰ ਨੂੰ ਕੱਢ ਦੇਗਾ ਜੇ ਕੋਈ ਬਹੁਤਾ ਪਿਓਰ ਲੈਫਟ ਹੋਏਗਾ SUCI ਟਾਈਪ, तो कहने जी ये है जिन्हें इंडिपेंडेंट लेबर पार्टी वाला अंबेडकर सीगा। होर किस तरीके नाल पॉलिटिक्स कीती जावे? इजंट इट वेरी नेचुरल फॉर पॉलिटिकल पार्टीज टू डू दिस? इंज ही तां कीता जांदा। देखो ਈਵਨ ਜਿਹੜੇ ਵਰਲਡ ਇਤਿਹਾਸ ਦੇ ਅੰਦਰ ਵੀ ਪਹਿਲੇ ਦੇਵੀ ਦੇਵਤਾਵਾਂ ਦਾ ਨਾਂ ਤੇ ਸਭ ਕੁਝ ਚੱਲਿਆ ਜੀ, ਲੱਗਿਆ ਉਹ ਕਨਸਟੀਟਿਊਸ਼ਨ ਤੋਂ ਹੋ ਗਈ ਐਗਜ਼ੌਸਟ, ਉਹਦੇ ਬਾਅਦ ਰਾਜੇ ਮਹਾਰਾਜਾ ਦਾ ਨਾਂ ਆਇਆ ਤੇ ਉਹਦੇ ਬਾਅਦ ਇਹ ਜਿਹੜੇ ਪੋਲੀਟੀਕਲ ਆਈਕਨਸ ਖੜੇ ਕਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਚੱਲ ਰਿਹਾ ਹੈ, ਮੈਨੂੰ ਇਸ ਗੱਲ ਤੇ ਇਹ ਕਿ ਜਿਸ ਤਰ੍ਹਾਂ ਇਹ ਚੱਲ ਰਿਹਾ ਕਿ ਤੁਸੀਂ ਅੱਜ ਪਲਾਂਟ ਕੀਤਾ, ਕੱਲ ਦੂਜੀ ਪਾਰਟੀ ਦੂਜੀ ਨੇ ਡਿਮੋਲਿਸ਼ ਕਰ ਤੀਜਾ ਖੜਾ ਕਰਤਾ, ਉਹ ਦਿਨ ਦੂਰ ਨਹੀਂ when these all icons would lose their sanctity। Will that happen? क्योंकि दूसरे क्वेश्चन नहीं कर रहे। If I'm just sticking with that thought, मान लो ਅੱਜ ਆਮ ਆਦਮੀ ਪਾਰਟੀ ਅੰਬੇਦਕਰ ਦੇ ਨਾਲ ਖੜੀ ਹੁੰਦੀ ਹੈ, ਬੀਜੇਪੀ ਵੀ ਉਸ ਨੂੰ ਕਹਿ ਰਹੀ ਹੈ। ਆਮ ਆਦਮੀ ਪਾਰਟੀ ਇਹਦੇ ਤੇ ਨੋਇਜ਼ ਨਹੀਂ ਕੋਈ ਬਣਾਉਂਦੀ, ਇਹ ਤੇ ਸ਼ੋਰ ਨਹੀਂ ਪਾਉਂਦੀ ਕਿ ਜਿਹੜਾ ਮਹਾਟ ਦਾ ਸੱਤਿਆਗ੍ਰਹਿ ਸੀ ਉਹਦੇ 'ਚ ਜਿਹੜਾ ਮਨੂ ਸਮ੍ਰਿਤੀ ਦੀ ਸਾੜਨ ਵਾਲਾ ਜਿਹੜਾ ਐਪੀਸੋਡ ਸੀ ਉਹਦੀ ਉਹ ਕਦੀ ਗੱਲ ਨਹੀਂ ਕਰੇਗੀ। ਇਸ ਕਰਕੇ ਹੁਣ ਸਾਹਿਤ ਦੇ ਪ੍ਰੋਫੈਸਰ ਆਏ ਬੈਠੇ ਨੇ ਤੇ ਮੈਂ ਫਾਇਦਾ ਲੈ ਲਾਂ, ਇਸ ਕਰਕੇ ਐਲੇਨੋਰ ਜ਼ੈਲੀਅਟ ਦੀ ਕਿਤਾਬ ਜਿਹੜੀ ਹੈ ਫਰੋਮ ਅਨਟਚੇਬਲ ਟੂ ਦਲਿਤ ਉਹ ਨਹੀਂ ਵਿਕੇਗੀ। ਇਸੇ ਤਰੀਕੇ ਨਾਲ ਨਾ ਆਮ ਆਦਮੀ ਪਾਰਟੀ ਨਾ ਭਾਜਪਾ ਇਹ ਗੱਲ ਕਰੇਗੀ ਕਿ ਅੰਬੇਦਕਰ ਨੂੰ ਬੜੌਦਾ ਦੇ ਵਿੱਚ ਘਰ ਲੈਣ ਲਈ ਕਿਸ ਤਰ੍ਹਾਂ ਦੇ ਹਾਲਾਤ ਦੇਖਣੇ ਪਏ। ਉਹ ਹਾਰਡਲੀ ਕਿ 35-40 ਪੇਜਾਂ ਦੀ ਉਹ ਬੁਕਲੈਟ ਹੈ ਵੇਟਿੰਗ ਫॉर ਵੀਜ਼ਾ ਕਰਕੇ, ਮਤਲਬ ਕੋਈ ਅੱਖ ਹੈ ਜਿਹੜੀ ਨਹੀਂ ਰੋਂਦੀ ਕਿ ਇੱਕ ਬੰਦੇ ਦੇ ਉੱਤੇ ਬੀਤੀ ਕਿ ਅੰਬੇਦਕਰ ਨੇ 17-18 ਸਾਲ ਬਾਅਦ ਜਾ ਕੇ ਉਹ ਸਾਰਾ ਬਿਰਤਾਂਤ ਲਿਖਿਆ, 1935-36-37 ਦੇ ਆਸ-ਪਾਸ ਦਾ ਉਹ ਬਿਰਤਾਂਤ ਹੈ। ਉਹਦੀ ਗੱਲ ਨਾ ਆਮ ਆਦਮੀ ਪਾਰਟੀ ਕਰੇਗੀ ਨਾ ਭਾਜਪਾ ਕਹੇਗੀ, ਕਿਉਂਕਿ ਉਹ ਅੰਬੇਦਕਰ ਤਾਂ ਉਹ ਗੱਲ ਕਹਿ ਰਿਹਾ ਜੋ ਅੱਜ ਮੁਸਲਮਾਨ ਨਾਲ ਦੇਸ਼ ਭਰ ਦੇ ਵਿੱਚ ਹੋ ਰਿਹਾ। ਸੋ ਦੈਟ ਅੰਬੇਦਕਰ ਮੈਂ ਕਹਿ ਰਿਹਾ ਇਹ ਆਈਕਨਸ ਕਿਵੇਂ ਡਿੱਗਣਗੇ, ਕਿਉਂਕਿ ਵਿਰੋਧੀ ਤਾਂ ਉਹਦਾ ਬਲਫ ਕਾਲ ਆਊਟ ਹੀ ਨਹੀਂ ਕਰ ਰਿਹਾ, ਉਹ ਤੇ ਧੋਖੇ ਦੀ ਗੱਲ ਹੀ ਨਹੀਂ ਕਰ ਰਿਹਾ। ਕਾਂਗਰਸ ਕਿਹੜਾ ਕਹਿ ਰਹੀ ਹੈ ਕਿ ਕਿਹੜੇ ਅੰਬੇਦਕਰ ਦੀ ਗੱਲ ਕਰਦੇ ਨੇ? ਇਹ ਸੀ ਅੰਬੇਦਕਰ, ਵੇਟਿੰਗ ਫॉर ਵੀਜ਼ਾ ਵਾਲਾ ਅੰਬੇਦਕਰ। ਮੈਂ ਇਹ ਕਹਿ ਰਿਹਾ ਕਿ ਹੁਣ ਜਿਹੜੀ ਫੋਟੋ ਲੱਗੀ ਪਿੱਛੇ ਭਗਤ ਸਿੰਘ ਦੇ ਲੱਗੇ, ਅੰਬੇਦਕਰ ਦੇ ਲੱਗੇ, ਮੈਨੂੰ ਲੱਗਦਾ ਉਹ ਕੋਈ ਰੈਲਿੰਗ ਗਰਾਊਂਡ ਹੈ ਹੁਣ ਪਬਲਿਕ ਇਮੇਜਿਨੇਸ਼ਨ ਦੇ ਅੰਦਰ। ਪੀਪਲ ਆਰ ਨੋਟ ਵੋਟ ਇਸ ਲਈ ਵੋਟ ਨਹੀਂ ਕਰਦੇ ਕਿ ਅੰਬੇਦਕਰ ਦੀ ਫੋਟੋ ਲੱਗੀ ਉੱਥੇ ਜਾਂ ਗਾਂਧੀ ਦੀ ਫੋਟੋ ਲੱਗੀ, ਬਿਕਾਜ਼ ਸਰ देयर इज अ कॉन्स्टिट्यूएंसी ਜਿਹੜੀ ਰਿਸਪੌਂਡ ਕਰਦੀ ਹੈ। ਇਹ ਕਨਸਟੀਟਿਊਐਂਸੀ ਮੈਂ ਹੁਣ ਧੀਰੇ ਨਾ ਮੈਂ ਕਹਿ ਰਿਹਾ ਕਨਸਟੀਟਿਊਐਂਸੀ ਧੀਰੇ ਜੋ ਹੈ, ਕਿਉਂਕਿ ਜਿਸ ਤਰ੍ਹਾਂ ਦੀ ਪ੍ਰੋਲੀਫਰੇਸ਼ਨ ਹੋ ਰਹੀ ਤੇ ਮਾਈਂਡਲੈਸ ਕਿਸਮ ਦੀ ਪ੍ਰੋਲੀਫਰੇਸ਼ਨ ਹੋ ਰਹੀ ਹੈ, ਉਹਦੇ ਨਾਲ ਆਈਕਨ ਦੀ ਆਪਣੀ ਜਿਹੜੀ ਸੈਂਕਟਿਟੀ ਸੀ ਨਾ ਉਹ ਆਪਣੇ ਆਪ 'ਚ ਬਹੁਤ ਘਟਦੀ ਜਾ ਰਹੀ ਹੈ, ਉਹਦਾ ਕੋਈ ਵੈਲਿਊ ਨਹੀਂ ਰਿਹਾ। ਇਹ ਪਰ ਇਹਨਾਂ ਨੂੰ ਛੱਡਣਾ ਵੀ ਨਾ ਸੌਖਾ ਕਿਉਂ ਨਹੀਂ ਹੈ, ਬਿਕਾਜ਼ ਇਹ ਕਮਿਊਨੀਕੇਸ਼ਨ ਦੇ ਟੂਲਸ ਤਾਂ ਹੈ ਹੀ ਨਾ ਐਟ ਦ ਐਂਡ ਆਫ ਦ ਡੇ। ਬਿਲਕੁਲ, ਜੋ ਤੁਸੀਂ ਇੰਨੇ ਨਾਲ ਕਮਿਊਨੀਕੇਟ ਕਰ ਸਕਦੇ ਹੋ, ਜੋ ਤੁਸੀਂ ਇੱਕ ਆਈਕਨ ਦੇ ਗਲੇ 'ਚ ਜਾ ਕੇ ਹਾਰ ਪਾ ਸਕਦੇ ਹੋ, ਕਮਿਊਨੀਕੇਟ ਕਰ ਸਕਦੇ ਹੋ, ਉਹ ਤਾਂ ਕਰਨਾ ਬਹੁਤ ਮੁਸ਼ਕਿਲ ਹੈ। ਰਾਜੀਵ ਗੁਦਾਰਾ ਜੀ, ਕੀ ਇਹ ਸੱਚ ਨਹੀਂ ਕਿ ਦਰਅਸਲ ਇਹ ਪੋਸੀਬਲ ਹੁੰਦਾ ਹਰ ਕੋਈ ਇਤਿਹਾਸਕ ਫਿਗਰ ਗਲੇ 'ਚ ਹਾਰ ਪਵਾਉਣ ਲਈ ਆਲਮੋਸਟ ਰਾਈਪ ਹੈ ਇਸ ਵੇਲੇ? ਕੋਈ ਨਾ ਕੋਈ ਪੋਲੀਟੀਕਲ ਪਾਰਟੀ ਉਹਦਾ ਕਿਸੇ ਨਾ ਕਿਸੇ ਪਾਸਿਓਂ ਤੋੜ ਲੱਭ ਕੇ ਉਹਨੂੰ ਐਪਰੋਪਰੀਏਟ ਕਰ ਸਕਦੀ ਹੈ, ਤੇ ਮੋਦੀ ਸਾਹਿਬ ਇੱਕ ਕਰਕੇ ਕਾਂਗਰਸ ਦੇ ਜਿੰਨੇ ਆਈਕਨ ਸੀ ਉਹ ਖੋਈ ਜਾ ਰਹੇ ਨੇ। ਮੈਨੂੰ ਲੱਗਦਾ ਉਹਨਾਂ ਨੇ ਇੰਦਰਾ ਗਾਂਧੀ ਵੀ ਲੈ ਜਾਣੀ ਹੈ ਵਿੱਚੋਂ ਮੈਂ ਹੁਣ ਪ੍ਰੇਜ਼ ਸੁਣਨ ਲੱਗ ਪਿਆ, ਇੰਦਰਾ ਗਾਂਧੀ ਦੀ ਤਾਂ ਪ੍ਰੇਜ਼ ਆਉਣ ਲੱਗ ਪਈ ਹੈ। ਐਸਪੀਸੀ ਜਿਹੜੇ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਰਿਹਾ ਸੀ, ਰਾਜਨੀਤਿਕ ਪਾਰਟੀਆਂ ਇਹਨਾਂ ਸਾਰਿਆਂ ਨੂੰ ਇੱਕੋ ਟਾਈਮ 'ਚ ਗੱਲ ਕਰ ਸਕਦੀ ਹੈ। ਮੈਨੂੰ ਇਹ ਲੱਗਦਾ ਹੈ ਕਿ ਮੈਨੂੰ ਕੋਈ ਕਵੇ ਤੇ ਮੈਂ ਗਾਂਧੀ ਨੂੰ ਖਾਰਿਜ ਨਹੀਂ ਕਰਦਾ, ਪਰ ਗਾਂਧੀ ਦੀ ਕਈ ਗੱਲਾਂ ਨੂੰ ਖਾਰਿਜ ਕਰਾਂਗਾ, ਗਾਂਧੀ ਦੀ ਸਾਰੀ ਗੱਲਾਂ ਨੂੰ ਖਾਰਿਜ ਨਹੀਂ ਕਰਾਂਗਾ। ਹੁਣ ਇਸੇ ਤਰ੍ਹਾਂ ਅੰਬੇਡਕਰ ਭਗਤ ਸਿੰਘ ਨਾਲ ਹੋਏਗਾ। ਇਸ ਦੇਸ਼ ਦੀ ਮਾਰਕਸਿਸਟ ਧਾਰਾ ਜਿਹੜੀ ਹੈ ਉਹਨੂੰ ਵੀ ਤੁਸੀਂ ਕਿਵੇਂ ਖਾਰਿਜ ਕਰ ਸਕਦੇ ਹੋ? ਜਦੋਂ ਤੁਸੀਂ ਇਹ ਨਹੀਂ ਕਰ ਸਕਦੇ, ਉਦੋਂ ਤੁਸੀਂ ਆਪਦਾ ਰਾਜਨੀਤਿਕ ਵਿਚਾਰ ਉਹਨਾਂ ਤੋਂ ਕਿਹੜੀ ਗੱਲ ਦੀ ਪ੍ਰੇਰਣਾ ਤੁਸੀਂ ਲੈਣੀ ਉਹਦੀ ਗੱਲ ਕਰੋਗੇ। ਅੰਬੇਡਕਰ ਦੀ ਅੱਜ ਆਪਾਂ ਗੱਲ ਕਰੀਏ, ਮੈਨੂੰ ਲੱਗਦਾ ਕਿ ਅੰਬੇਡਕਰ ਦਾ ਆਜ਼ਾਦੀ ਤੇ ਅੰਦੋਲਨ ਦੇ ਵਿੱਚ ਕੀ ਯੋਗਦਾਨ ਸੀ, ਉਦੋਂ ਆਜ਼ਾਦੀ ਬਾਰੇ ਉਹ ਕੀ ਕਹਿ ਰਹੇ ਸੀ, ਉਹ ਸਵਾਲ ਦੀ ਅੱਜ ਲੋੜ ਨਹੀਂ, ਪਰ ਉਹ ਉਦੋਂ ਜਾਤੀ ਉਨਮੂਲਨ ਬਾਰੇ ਕੀ ਗੱਲ ਕਰ ਰਹੇ ਸੀ ਉਹਦੀ ਗੱਲ ਤਾਂ ਅਸੀਂ ਕਰਾਂਗੇ, ਕਿਉਂਕਿ ਹੁਣ ਆਜ਼ਾਦੀ ਦੀ ਲੜਾਈ ਦਾ ਅੰਦੋਲਨ ਨਹੀਂ ਹੋ ਰਿਹਾ, ਜਾਤੀ ਉਨਮੂਲਨ ਦੀ ਸਵਾਲ ਤਾਂ ਸਾਡੇ ਸਾਹਮਣੇ ਹਲੇ ਵੀ ਹੈ। ਪਰ ਜਦੋਂ ਮੈਂ ਅੰਬੇਡਕਰ ਦੀ ਗੱਲ ਕਰਾਂਗਾ ਤੇ ਉਦੋਂ ਮੈਂ ਆਜ਼ਾਦੀ ਅੰਦੋਲਨ ਬਾਰੇ ਉਹਨਾਂ ਦੇ ਯੋਗਦਾਨ ਜਾਂ ਉਹਨਾਂ ਦੇ ਰੋਲ ਦੀ ਗੱਲ ਨਾ ਵੀ ਕਰਾਂ, ਪਰ ਜਾਤੀ ਉਨਮੂਲਨ ਬਾਰੇ ਮੇਰਾ ਕੀ ਵਿਚਾਰ ਹੈ ਉੱਥੇ ਮੈਂ ਇੱਧਰ ਉੱਧਰ ਨਹੀਂ ਹੋ ਸਕਦਾ। ਸਰ ਮੇਰੀ ਉੱਥੇ ਵੀ ਪ੍ਰੋਬਲਮ ਆ ਜਾਂਦੀ ਹੈ ਕਿ ਜਿਸ ਵੇਲੇ ਅਰੁੰਧਤੀ ਰਾਏ ਐਨਹਾਈਲੇਸ਼ਨ ਆਫ ਕਾਸਟ ਦੇ ਉਸ ਮੈਸਿਵ ਐਸੇ ਦੇ ਵਿੱਚ ਐਸ ਆਨੰਦ ਵਾਲੇ ਨਵਿਆਨਾ ਵਾਲੇ ਜਿਸ ਵੇਲੇ ਉਹ ਐਨੋਟੇਟਡ ਐਸੇ ਦੇ ਵਿੱਚ ਇਸ ਸਾਰੀ ਬਹਿਸ ਦੇ ਨਾਲ ਸਾਰੀ ਟਰਫਸ ਦੇ ਨਾਲ ਉਹ ਗ੍ਰਾਸਪ ਕਰਦੀ ਹੈ
ਦੇਖੋ ਦੈਟਸ ਅ ਮੇਜਰ ਗ੍ਰੈਪਲ ਸਾਡੀ ਕੰਟੈਂਪਰੇਰੀ ਪੋਲਿਟਿਕਸ ਦੇ ਵਿੱਚ। ਕਿਸੇ ਪੋਲੀਟੀਕਲ ਪਾਰਟੀ ਨੇ ਤਾਂ ਦਸਤਪੰਜਾ ਨਹੀਂ ਲਿਆ ਅਜੇ ਕਿ ਉਹ ਬਹੁਤ ਬਰੀਕ ਬਹਿਸ ਹੈ। ਤੇ ਅਰੁੰਧਤੀ ਰਾਏ ਤੇ ਇੱਥੋਂ ਤੱਕ ਕਹਿੰਦੀ ਕਿ ਮੈਂ ਵਿੱਚੋਂ ਇਹ ਜਿਹੜੀ ਇਹਨੇ ਐਪਰੋਪਰੀਏਟ ਕਰਕੇ ਬੈਠੇ ਸੀ ਦਲਿਤ ਕਨਸਟੀਚੁਐਂਸੀ ਨੂੰ ਪ੍ਰਿਵਿਲੇਜ ਕਲਾਸ, ਇਹਨਾਂ ਨੂੰ ਪਾਸੇ ਕੀਤਾ ਤਾਂ ਕਿ ਸਿੱਧੇ ਸਵਰਨ ਜਾਤੀ ਦਾ ਇੱਕ ਡਿਬੇਟ ਹੋਵੇ ਅੰਬੇਦਕਰ ਦੇ ਨਾਲ। ਇਸ ਵਿੱਚ ਮੈਨੂੰ ਕਹਿਣ ਲੈ ਲਾਓ, ਮੈਂ ਦੂਜੀ ਗੱਲ ਇਹ ਕਹਿ ਰਿਹਾ ਸੀ, ਤੁਸੀਂ ਅੰਬੇਡਕਰ ਦੇ ਮਾਹੜ ਦੇ ਅੰਦੋਲਨ ਦੀ ਗੱਲ ਕੀਤੀ। ਮੈਂ ਕਹਿੰਦਾ ਵੀ ਪੋਲੀਟੀਕਲ ਪਾਰਟੀ ਅੱਜ ਮਾਹੜ ਦੇ ਅੰਦੋਲਨ ਬਾਰੇ ਦੱਸੇ, ਸਾਡਾ ਉਹਦੇ ਬਾਰੇ ਕੀ ਰਾਏ ਹੈ, ਉਹਦੀ ਲੋੜ ਨਹੀਂ। ਪਰ ਪੰਜਾਬ ਦੇ ਵਿੱਚ ਜਦੋਂ ਗੁਰਦੁਆਰਿਆਂ ਦੇ ਵਿੱਚ ਬਹਿ ਕੇ ਮੀਟਿੰਗ ਹੋਏਗੀ ਕਿ ਦੇ ਪਿੰਡ ਦਾ ਮਜ਼ਦੂਰ ਜਿਹੜਾ ਹੈ ਉਹ ਝੋਨੇ ਦੀ ਰੁਪਾਈ ਵਾਸਤੇ ਦੂਜੇ ਪਿੰਡ 'ਚ ਜਾ ਕੇ ਕੰਮ ਨਹੀਂ ਕਰੇਗਾ ਜਦੋਂ ਤੱਕ ਸਾਡੇ ਪਿੰਡ 'ਚ ਨਹੀਂ ਹੋ ਜਾਂਦਾ, ਜਿਹੜਾ ਕਿ ਦਲਿਤ ਨਹੀਂ ਤਾਂ ਉਹਦਾ ਬਾਈਕਾਟ ਹੋਏਗਾ, ਨਹੀਂ ਤਾਂ ਬਾਈਕਾਟ ਹੋਏਗਾ। ਹੁਣ ਇਹਦੀ ਗੱਲ ਜੇ ਅਸੀਂ ਨਹੀਂ ਕਰਦੇ ਫਿਰ ਅੰਬੇਡਕਰ ਦੀ ਗੱਲ ਕਰਨ ਦੇ ਅਸੀਂ ਹੱਕਦਾਰ ਨਹੀਂ ਗੇ। ਮੇਰਾ ਸਵਾਲ ਹੈ ਜਦੋਂ ਅਸੀਂ ਭਗਤ ਸਿੰਘ ਦੀ ਗੱਲ ਕਰਦੇ ਹਾਂ ਤੇ ਬਿਲਕਿਸ ਬਾਨੋ ਦੇ ਮਾਮਲੇ ਦੇ ਵਿੱਚ ਚੁੱਪ ਰਹਾਂਗੇ ਤਾਂ ਫਿਰ ਭਗਤ ਸਿੰਘ ਦੀ ਗੱਲ ਨਹੀਂ ਕਰ ਸਕਦੇ। ਅਸੀਂ 370 ਬਾਰੇ ਕੀ ਗੱਲ ਕਹਿੰਦੇ ਆ ਉਹਦੇ ਨਾਲ ਸਾਨੂੰ ਭਗਤ ਸਿੰਘ ਨਾਲ ਤੋਲਿਆ ਜਾਏਗਾ। ਮੈਂ ਸਾਰਿਆਂ ਦੀ ਗੱਲ ਇੱਕੋ ਟਾਈਮ 'ਚ ਕਰ ਸਕਦਾ, ਬੀਜੇਪੀ ਕਾਂਗਰਸ ਆਪ ਸਾਰੇ ਕਰ ਸਕਦੇ ਨੇ, ਪਰ ਜਦੋਂ ਕਰ ਰਹੇ ਹੋ ਕਿਹੜੇ ਅੱਜ ਦੇ ਸਵਾਲ ਨੇ ਜਿਹੜੇ ਅੰਬੇਡਕਰ ਤੇ ਭਗਤ ਸਿੰਘ ਤੇ ਗਾਂਧੀ ਨੂੰ ਲਿਆ ਕੇ ਉਹਨਾਂ ਨੂੰ ਡੀਲ ਕਰਨਾ ਹੈ ਤੇ ਤੁਹਾਡੀ ਰਾਏ ਉੱਥੇ ਕੀ ਹੈ? ਤੁਸੀਂ ਕਹੀ ਨਹੀਂ ਪਰ ਮੈਨੂੰ ਗੱਲ ਦੂਜੀ ਸਮਝ ਆ ਗਈ ਦੂਸਰੇ ਪਾਸੇ ਤੁਹਾਡੀ। ਮੈਨੂੰ ਤਾਂ ਇੰਜ ਲੱਗਦਾ ਹੈ ਪੋਲੀਟੀਕਲ ਪਾਰਟੀਆਂ ਜ਼ਿਆਦਾ ਸਿਆਣੀਆਂ ਨੇ, ਉਹਨਾਂ ਨੂੰ ਪਤਾ ਹੈ ਬਿਲਕਿਸ ਬਾਨੋ ਤੇ ਚੁੱਪ ਰਹਿਣਾ ਪੈ ਸਕਦਾ ਹੈ, 370 ਬਾਰੇ ਮੂੰਹ ਬੰਦ ਰੱਖਣਾ ਪੈ ਸਕਦਾ ਹੈ, ਇਸ ਕਰਕੇ ਭਗਤ ਸਿੰਘ ਦੀ ਫੋਟੋ ਲਾ ਦਿਓ ਉੱਥੇ। ਕਿਉਂਕਿ ਜੇ ਭਗਤ ਸਿੰਘ ਦੀ ਆਈਡੀਓਲੋਜੀ ਨਾਲ ਦਸਤਪੰਜਾ ਲਾਂਗੇ ਫਿਰ ਦੱਸਣਾ ਪਏਗਾ ਕਿ ਭਗਤ ਸਿੰਘ ਦਾ ਅੱਜ ਕਸ਼ਮੀਰ ਤੇ ਵਿਚਾਰ ਕੀ ਹੁੰਦਾ। ਸਰ ਇਸ ਕਰਕੇ ਮੈਂ ਕਹਿਣਾ ਜਾਤੀ ਉਨਮੂਲਨ ਬਾਰੇ ਜੇ ਇੱਥੇ ਤੱਕ ਮੈਂ ਅਰੁੰਧਤੀ ਰਾਏ ਦੀ ਕਿਤਾਬ ਦੀ ਤਰ੍ਹਾਂ ਰਾਜਨੀਤਿਕ ਪਾਰਟੀਆਂ ਉਸ ਤਰ੍ਹਾਂ ਜਾ ਕੇ ਉਹਦਾ ਵਿਸ਼ਲੇਸ਼ਣ ਕਰਨਗੀਆਂ, ਮੈਂ ਇਹਦੀ ਉਮੀਦ ਨਹੀਂ ਕਰਦਾ। ਮੈਂ ਕਹਿਣਾ ਜਾਤੀ ਦੇ ਆਧਾਰ ਤੇ ਕਿਸੇ ਨਾਲ ਕਿਸੇ ਤਰ੍ਹਾਂ ਦਾ ਮਤਭੇਦ ਭੇਦਭਾਵ ਨਹੀਂ ਕੀਤਾ ਜਾਏਗਾ ਜਿਹੜਾ ਸਾਡੇ ਕਨਸਟੀਟਿਊਸ਼ਨ ਦੀ ਵੈਲਿਊਜ਼ ਕਹਿੰਦੀਆਂ ਨੇ। ਬਸ ਇੰਨਾ ਤਾਂ ਤੁਸੀਂ ਅੰਬੇਡਕਰ ਤੋਂ ਲਾਓਗੇ ਨਾ, ਇੰਨਾ ਤਾਂ ਭਗਤ ਸਿੰਘ ਤੋਂ ਲਾਓਗੇ ਨਾ, ਇੰਨਾ ਤਾਂ ਗਾਂਧੀ ਤੋਂ ਲਾਓਗੇ ਨਾ। ਤੁਸੀਂ ਕਨਸਟੀਟਿਊਸ਼ਨ ਦੇ ਵਿੱਚ ਬਹੁਤ ਗੜਬੜੀਆਂ ਹੋਣਗੀਆਂ, ਉਹਦੀ ਵੈਲਿਊਜ਼ ਦੇ ਵਿੱਚ ਵੀ ਤੁਸੀਂ ਕੁਝ ਐਡ ਕਰ ਸਕਦੇ ਹੋ, ਕੁਝ ਘਟਾ ਸਕਦੇ ਹੋ, ਪਰ ਉਹ ਵੈਲਿਊ ਜਦੋਂ ਤੁਸੀਂ ਇਹ ਸਾਰੇ ਤੋਂ ਨਿਕਲ ਤੋਂ ਬਾਅਦ ਚੁਣੀਆਂ ਅੱਜ ਹੈਗੀਆਂ ਤੇ ਉਹ ਵੈਲਿਊ ਜਿਹੜੀ ਇਹਨਾਂ ਬੰਦਿਆਂ ਤੋਂ ਆਉਂਦੀਆਂ ਨੇ, ਇਹਨਾਂ ਵਿਚਾਰਾਂ ਤੋਂ ਆਉਂਦੀਆਂ ਨੇ, ਉਹਨਾਂ ਨੂੰ ਤਾਂ ਬਾਹਰ ਕਰ ਦਿਓਗੇ, ਉਹਨਾਂ ਦੀ ਗੱਲ ਨਹੀਂ ਕਰੋਗੇ, ਸਿਰਫ ਫੋਟੋ ਲਾ ਦਿਓਗੇ, ਨਾ ਯੂਜ਼ ਕਰੋ। ਦੈਟਸ ਦ ਕੁਐਸਚਨ। ਜਿਹੜੀ ਦੂਸਰੀ ਕਰੈਕਸ਼ਨ ਹੈ ਜਿਹਨੂੰ ਉਹ ਕਹਿੰਦੇ ਨੇ ਅਸੀਂ ਤਾਂ ਹਿਸਟਰੀ ਨੂੰ ਕਰੈਕਟ ਕਰ ਰਹੇ ਹਾਂ, ਪਹਿਲਾਂ ਗਲਤ ਲਿਖੀ ਤੇ ਅਸੀਂ ਇਸ ਨੂੰ ਠੀਕ ਕਰ ਰਹੇ ਹਾਂ। क्या मतलब ਹੁੰਦਾ ਬਾਬਰ ਰੋਡ ਹੁੰਦਾ, ਹਮਾਯੂ ਰੋਡ ਹੁੰਦਾ, क्या मतलब ਹੁੰਦਾ ਅਲਾਬ, मतलब ਉਹ ਤਾਂ ਬਚਾਅ ਹੋ ਗਿਆ ਅਕਬਰ ਅਲਾਹਾਬਾਦੀ ਦਾ ਵਿਚਾਰ ਦਾ ਨਾਮ ਬਦਲ ਜਾਣਾ ਸੀਗਾ ਬਹੁਤ ਮੁਸ਼ਕਿਲ ਨਾਲ। ਸਰ ਫਿਰ ਮੈਂ ਇੱਥੇ ਕਹਿ ਰਿਹਾ ਜਦੋਂ ਤੁਸੀਂ ਗਾਂਧੀ ਦੀ ਗੱਲ ਕਰਦੇ ਹੋ, ਜਦੋਂ ਅੰਬੇਡਕਰ ਦੀ ਗੱਲ ਕਰਦੇ ਹੋ, ਜਦੋਂ ਭਗਤ ਸਿੰਘ ਦੀ ਗੱਲ ਕਰਦੇ ਹੋ, ਕੀ ਤੁਹਾਡੇ ਨਾਮ ਬਦਲ ਕੇ ਤੁਸੀਂ ਸਮਾਜ ਦੇ ਅੱਡ-ਅੱਡ ਖੇਤਿਆਂ ਦੇ ਵਿੱਚ ਬੰਡਵਾਰਾ ਪਾਉਣ ਦੀ ਗੱਲ ਕਰ ਰਹੇ ਹੋ ਕਿ ਉਹਨਾਂ ਨੂੰ ਇੱਕ ਸਾਂਝ ਬਣਾਉਣ ਦੀ ਗੱਲ ਕਰ ਰਹੇ ਹੋ? ਇਹਨਾਂ ਸਾਰਿਆਂ ਦੀ ਇੱਕ ਸਾਂਝੀ ਗੱਲ ਜਿਹੜੀ ਹੈ ਕਿ ਉਹ ਸਮਾਜ ਦੇ ਵਿੱਚ ਇਹ ਸਾਂਝ ਦੀ ਗੱਲ ਕਰਦੇ ਨੇ, ਭਾਈਚਾਰੇ ਦੀ ਗੱਲ ਕਰਦੇ ਨੇ। ਉਹ ਇਹ ਨਹੀਂ ਕਰਦੇ ਕਿ ਬਾਕੀ ਦੂਜੇ ਨੂੰ ਅਸੀਂ ਮਾਰ ਦੇਣਾ ਹੈ, ਉਹ ਤੇ ਅਸੀਂ ਅਟੈਕ ਕਰ ਦੇਣਾ। ਜਿਹੜੀ ਇਹਨਾਂ ਨੇ ਕਿਹਾ ਨਾ ਬੋਡੀ ਸਨੈਚਿੰਗ ਤੇ ਨਾ ਮਤਲਬ ਲੁੱਟ ਮਾਰ, ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ। ਜਿਹੜੀ ਲੁੱਟ ਮਾਰ ਹੈ ਕਿ ਤੁਸੀਂ ਖੋਲੋ, ਵੈਸੇ ਬ੍ਰੇਕ ਸਮਾਂ ਨਹੀਂ ਬਚਿਆ। ਵੈਸੇ ਲੁੱਟ ਵੀ ਜਿਹੜਾ ਹੈ, ਲੂਟ ਇਹ ਉਹ ਪਹਿਲਾ ਸ਼ਬਦ ਹੈ ਸਾਡੀ ਹਿੰਦੀ ਭਾਸ਼ਾ ਦਾ ਜਿਹੜਾ ਉਹ ਖੋ ਕੇ ਸਨੈਚ ਕਰਕੇ ਅੰਗਰੇਜ਼ੀ ਵਿੱਚ ਲੈ ਗਏ। ਲੂਟ ਪਹਿਲਾ ਹਿੰਦੀ ਭਾਸ਼ਾ ਦਾ ਸ਼ਬਦ ਸੀ ਜਿਹੜਾ ਜਾ ਕੇ ਅੰਗਰੇਜ਼ੀ ਡਿਕਸ਼ਨਰੀ ਵਿੱਚ ਹੋ ਗਿਆ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਜਿਸ ਕਿਸਮ ਦੇ ਨਾਲ ਨਾਮ ਬਦਲੇ ਜਾ ਰਹੇ ਨੇ ਜਾਂ ਕਿਸੇ ਦੇ ਧਰਮ ਪਰਿਵਰਤਨ ਕਰਨ ਦੇ ਉੱਤੇ ਉਹਦੀ ਹੀ ਪੋਲੀਟੀਕਲ ਪਾਰਟੀ ਉਹਦੇ ਇਸ ਅਧਿਕਾਰ ਲਈ ਖੁੱਲ ਕੇ ਖੜੀ ਨਹੀਂ ਹੁੰਦੀ। ਮੈਂ ਰਜਿੰਦਰਪਾਲ ਗੌਤਮ ਜੀ ਦੀ ਗੱਲ ਕਰ ਰਿਹਾ, ਆਮ ਆਦਮੀ ਪਾਰਟੀ ਦੇ ਵਿਅਕਤੀ ਜਿਹੜੇ ਆਪਣੀ ਮਿਨਿਸਟਰਸ਼ਿਪ ਗਵਾ ਚੁੱਕੇ ਨੇ। ਸਾਡੇ ਨਾਲ ਅਕਸ਼ੇ ਕੁਮਾਰ ਜੀ ਨੇ ਤੇ ਰਾਜੀਵ ਗੁਜ਼ਾਰਾ ਜੀ ਨੇ। ਅਕਸ਼ੇ ਕੁਮਾਰ ਜੀ, ਮੈਂ ਸਿਰਫ ਇਹ ਕਹਿਣਾ ਚਾਹ ਰਿਹਾ ਵੀ ਜਿਹੜਾ ਮੈਕੈਨਿਜ਼ਮ ਆਫ ਐਪਰੋਪ੍ਰੀਏਸ਼ਨ ਹੈ ਇਹ तमाम ਫੀਲਡਸ ਨੇ ਦੇਖਿਆ, ਕਲਚਰ ਨੇ ਦੇਖਿਆ, ਇਹ ਮਿਊਜ਼ਿਕ ਨੇ ਦੇਖਿਆ। ਮੈਂ ਇੱਥੇ ਐਪਰੋਪ੍ਰੀਏਟਡ ਦੇਖਦਾ, ਇੱਥੇ ਤੱਕ ਆਉਂਦਿਆਂ ਮੈਨੂੰ ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਸੜਕ ਦੇ ਉੱਤੇ ਚੀ ਗੁਵੇਰਾ ਦੀ ਟੀ-ਸ਼ਰਟ ਪਾਈ ਦਿਸ ਜਾਂਦਾ। ਹੁਣ ਤੁਸੀਂ ਦੱਸੋ ਵੀ 1960ਵਿਆਂ ਦੇ ਵਿੱਚ ਉਸ ਅਰਜਨਟੀਨੀਅਨ ਰੈਵੋਲੂਸ਼ਨਰੀ ਦੀ ਫੋਟੋ, ਉਹ ਕੀ ਨਾਮ ਉਹਦਾ ਕੋਡਾ ਦਾ, ਅਲੈਗਜ਼ੈਂਡਰ ਕੋਡਾ ਜਾਂ ਸਮਥਿੰਗ, ਅਲਬਰਟੋ ਕੋਡਾ, ਹੁਣ ਮੈਨੂੰ ਯਾਦ ਨਹੀਂਗਾ ਫੋਟੋਗ੍ਰਾਫਰ ਦਾ ਨਾਮ, ਉਹਨੇ ਖਿੱਚੀ ਸੀ। ਅੱਜ ਉਹ ਅੰਕਲ ਸੈਮ ਵੇਚਦੇ ਨੇ ਸਾਰੀਆਂ ਫੋਟੋਗ੍ਰਾਫਸ ਉੱਥੇ। ਅੱਜ ਉਹ ਕੈਪੀਟਲਿਸਟ ਅਮਰੀਕਾ ਨੂੰ ਕੋਈ ਪ੍ਰੋਬਲਮ ਨਹੀਂ ਹੈ ਚੀ ਗੁਵੇਰਾ ਦਾ ਇਮੇਜ ਕਰਨ ਨਾਲ। ਉਹ ਮੈਨੂੰ ਲੱਗਦਾ ਉੱਥੇ ਤੇ ਸੋਡਾ ਵਾਟਰ ਡਰਿੰਕ ਦੇ ਉੱਤੇ ਵੀ ਜੇ ਛਪ ਜੇ ਤੇ ਕੋਈ ਆਈਡੀਓਲੋਜੀਕਲ ਪ੍ਰੋਬਲਮ ਨਹੀਂ ਆਉਂਦੀ। ਇਹ ਉਹ ਤਰੀਕਾ ਹੈ ਜਿਹਦੇ ਨਾਲ ਤੁਸੀਂ ਉਹਦੀ ਸਾਰੀ ਆਈਡੀਓਲੋਜੀ ਦੇ ਵਿੱਚੋਂ ਕੱਢ ਦਿੰਦੇ ਹੋ, ਉਹਦਾ ਸਾਰਾ ਰੈਵੋਲੂਸ਼ਨ ਉਹਦੇ ਵਿੱਚੋਂ ਨਿਕਲ ਜਾਂਦਾ। ਉਹ ਇੱਕ ਕਲਚਰਲ ਪ੍ਰੋਡਕਟ, ਇੱਕ ਮਰਚੈਂਡਾਈਜ਼ ਬਣ ਜਾਂਦਾ। ਇਸੇ ਤਰੀਕੇ ਨਾਲ ਇਹਨਾਂ ਨੇ ਖਟਕੜ ਕਲਾਂ ਨੂੰ ਇੱਕ ATM ਬਣਾ ਲਿਆ। ਕੋਈ ਨਵੀਂ ਪਾਰਟੀ ਬਣਾਵੇ, ਭਾਵੇਂ ਪਤੰਗ ਲੈ ਕੇ ਆਵੇ ਤੇ ਭਾਵੇਂ ਪੀਲੀ ਪੱਗ ਬਣ ਕੇ ਚਲਾ ਜਾਵੇ ਤੇ ਉੱਥੇ ਖਟਕੜ ਕਲਾਂ ਦੀ ਮਿੱਟੀ ਚੁੱਕੇ ਤੇ ਉਹਨੂੰ ਲੱਗਦਾ ਵੀ ਇਹ ਇੱਕ ATM ਲੱਗੀ ਹੈ, ਸ਼ਾਇਦ ਇਹਦੇ ਵਿੱਚੋਂ ਵੋਟਾਂ ਨਿਕਲ ਆਉਣਗੀਆਂ। ਆਈ ਐਮ ਨਾਟ ਵੈਰੀ ਸ਼ੋਰ ਕਿ ਵੋਟਾਂ ਉਹਦੇ ਵਿੱਚੋਂ ਨਿਕਲਦੀਆਂ ਕਿੰਨੀਆਂ ਕੁ ਨੇ, ਬਟ ਹੈਜ਼ਨਟ ਇਟ ਆਲਵੇਜ਼ ਹੈਪਨਡ? ਆਫਟਰ ਆਲ ਬਲੈਕ ਮਿਊਜ਼ਿਕ ਨੂੰ ਕਿੰਨਾ ਐਪਰੋਪਰੀਏਟ ਕੀਤਾ ਗਿਆ? ਨਹੀਂ ਦੇਖੋ, ਐਪਰੋਪਰੀਏਸ਼ਨ ਮੈਂ ਪਹਿਲੇ ਵੀ ਇੱਕ ਡਿਸਟਿੰਕਸ਼ਨ ਕੀਤੀ ਸੀ। ਇੱਕ ਕ੍ਰੀਏਟਿਵ ਐਪਰੋਪਰੀਏਸ਼ਨ ਹੈ, ਇੱਕ ਬਹੁਤ ਬਲੇਟੈਂਟਲੀ ਓਵਰਟਲੀ ਤੁਹਾਨੂੰ ਲੱਗਦਾ ਕਿ ਬਹੁਤ ਇੱਕ
ਸਪਲਾਂਟ ਕਰਦਾ ਕਿਸ ਚੀਜ਼ ਨੂੰ ਕਰ ਦੇਣਾ। ਕ੍ਰੀਏਟਿਵ ਜਿਹੜੀ ਹੁੰਦੀ ਹੈ ਉਹਦੇ ਨੈਗੋਸੀਏਸ਼ਨ ਹੁੰਦੀ ਹੈ, ਨਹੀਂ ਉਹਦੇ ਅੰਦਰ ਨੈਗੋਸੀਏਸ਼ਨ ਹੁੰਦੀ ਹੈ, ਉਹਦੇ ਅੰਦਰ ਇੱਕ ਇੰਟੈਲੀਜੈਂਟ ਇੰਗੇਜਮੈਂਟ ਹੁੰਦੀ ਹੈ। ਮਤਲਬ ਜਿਵੇਂ ਗਾਂਧੀ ਦੀ ਨਾਨ ਵਾਇਲੈਂਸ ਮੈਂ ਕਹਿ ਸਕਦਾ ਕਿ ਸਰਮਨ ਔਨ ਦਾ ਮਾਊਂਟ ਤੋਂ ਤੁਸੀਂ ਐਪਰੋਪ੍ਰੀਏਟ ਨਹੀਂ ਕੀਤੀ ਗਾਂਧੀ ਨੇ। ਦੈਟ ਵੇ ਸੀ ਹਿਊਮਨ ਸਿਵਲਾਈਜੇਸ਼ਨ ਇਜ਼ ਵਨ ਕੰਟੀਨਿਊਮ ਜੀ, ਓਕੇ, ਉਹਨੂੰ ਤੁਸੀਂ ਨਹੀਂ ਰੋਕ ਸਕਦੇ। ਓਕੇ, ਐਪਰੋਪ੍ਰੀਏਸ਼ਨ ਇਜ਼ ਅ ਵਰਡ ਨਾਟ ਯੂਜ਼ਡ ਫॉर ਕੰਟੀਨਿਊਟੀ ਆਫ ਕਲਚਰ। ਹਾਂ, ਜਿੱਥੇ ਕੋਈ ਨੈਚੁਰਲ ਕ੍ਰਾਸ ਪੋਲੀਨੇਸ਼ਨ, ਕ੍ਰਾਸ ਫਰਟੀਲਾਈਜੇਸ਼ਨ ਨਹੀਂ ਹੈ। ਹਾਂ, ਦੇਖੋ ਤੁਸੀਂ ਬਲੈਕ 뮤직 ਦੀ ਗੱਲ ਕੀਤੀ, ਬਲੈਕ 뮤직 ਨੇ ਜਿੰਨੇ ਵੀ ਪ੍ਰੋਟੈਸਟ ਮੂਵਮੈਂਟਸ ਹੈ ਉਹਨਾਂ ਦਾ 뮤직 ਉਹਨੂੰ ਉੱਥੇ ਇੱਕ ਨੈਚੁਰਲ ਸਾਂਝਬੰਦੀ ਨਜ਼ਰ ਆਉਂਦੀ ਹੈ, ਉੱਥੋਂ ਆਇਆ ਉਹ ਟ੍ਰਿਕਲ ਕੀਤਾ, ਰਾਈਟਲੀ ਸੋ। ਨਹੀਂ ਪਰ ਸਰ ਜੇ ਅੱਜ ਦਾ ਤੁਸੀਂ ਹਿਸਟਰੀ ਲੋ ਜੈਜ਼ ਦੀ, ਰੌਕ ਐਂਡ ਰੋਲ ਦੀ, ਨਵੇਂ ਰੈਪ ਦੀ, ਇਟਸ ਅ ਟੈਸਟੀਮੋਨੀ ਟੂ ਵਾਈਟ ਐਪਰੋਪ੍ਰੀਏਸ਼ਨ। ਮੈਂ ਕਹਿ ਰਿਹਾ ਕਿ ਇਸ ਲਈ ਐਪਰੋਪ੍ਰੀਏਸ਼ਨ ਦੇ ਅੰਦਰ ਤੇ ਇੱਕ ਜਿਹੜੀ ਲੀਨੀਏजेस ਹੈ ਇਹਨਾਂ ਦਾ ਅੰਤਰ ਹੈਗੇ। ਇੱਕ ਲੀਨੀਏਜ ਹੁੰਦੀ ਹੈ, ਲੀਨੀਏਜ ਹੁੰਦੀ ਹੈ ਇੱਕ ਨੈਚੁਰਲ ਪ੍ਰੋਗਰੈਸ਼ਨ ਦੇ ਅੰਦਰ ਹੁੰਦੀ ਹੈ, ਇੱਕ ਐਪਰੋਪ੍ਰੀਏਸ਼ਨ ਹੁੰਦੀ ਸਪਲਾਂਟ ਦੇ ਤੌਰ ਤੇ ਉਹਨੂੰ ਤੁਸੀਂ ਜੋ ਬਾਰ-ਬਾਰ ਗੱਲ ਰਾਜੀਵ ਜੀ ਕਹਿ ਰਹੇ ਹੋ, ਜੋ ਮੈਂ ਜਿਹੜੀ ਸਬਸਟੈਂਟਿਵ ਜਿਹੜੀ ਗੱਲ ਕਹਿ ਰਿਹਾ ਕਿ ਤੁਸੀਂ ਉਹ ਆਈਕਨਸ ਨੂੰ ਅੱਜ ਦੇ ਦਿਨ ਕਿੰਨਾ ਕੰਟੈਂਪਰਾਈਜ਼ ਕਰ ਰਹੇ ਹੋ, ਉਹਨਾਂ ਨੂੰ ਕਿੰਨਾ ਅੱਜ ਦੇ ਡਿਬੇਟਸ ਦੇ ਅੰਦਰ ਸ਼ਾਮਿਲ ਕਰ ਰਹੇ ਹੋ। ਉਹਨਾਂ ਨੂੰ ਅਸੀਂ ਕੀਤਾ ਕਿ ਸਿਰਫ ਅਸੀਂ ਆਈਕਨ ਬਣਾਤਾ, ਚੁਰਾਹਾ ਤੇ ਰੱਖਿਆ ਫੋਟੋ। ਟੇਕ ਅ ਟੈਂਜੈਂਸ਼ੀਅਲ ਐਗਜ਼ਾਮਪਲ, ਹਾਈਪੋਥੈਟੀਕਲ, ਮੰਨ ਲਓ ਕੱਲ ਨੂੰ ਕੋਈ ਪਾਕਿਸਤਾਨ ਦੇ ਵਿੱਚ, ਲਾਹੌਰ ਦੇ ਵਿੱਚ ਕੋਈ ਗਰੁੱਪ ਉੱਠਦਾ ਹੈ, ਹਿੰਦ ਪਾਕ ਦੋਸਤੀ ਦੀ ਗੱਲ ਕਰਦੇ ਹਾਂ, ਤੇ ਉਹ ਕਹਿੰਦੇ ਨੇ ਆਜ਼ਾਦੀ ਤੋਂ ਪਹਿਲਾਂ ਦਾ ਸਾਡਾ ਸਾਂਝਾ ਸੱਭਿਆਚਾਰ ਸੀ, ਅਸੀਂ ਹਿੰਦੁਸਤਾਨ ਤੋਂ ਬਿੰਦੀਆਂ ਇੰਪੋਰਟ ਕਰ ਰਹੇ ਹਾਂ, ਅਸੀਂ ਕੱਲ ਤੋਂ ਬਿੰਦੀਆਂ ਲਗਾਇਆ ਕਰਾਂਗੀਆਂ। ਹੁਣ ਕਿਸੇ ਨੂੰ ਗੱਲ ਚੰਗੀ ਵੀ ਲੱਗ ਸਕਦੀ ਹੈ, ਪਰ ਕੋਈ ਉੱਠ ਕੇ ਗਰੁੱਪ ਕਹਿ ਸਕਦਾ ਹੈ ਕਿ ਲਿਸਨ ਟੂ ਮੀ, ਇਹ ਨੈਚੁਰਲ ਨਹੀਂ ਹੈ, ਇਟਸ ਮਾਈ ਕਲਚਰ, ਇਟਸ ਨਾਟ ਬਲੱਡੀ ਯੋਰ ਕਾਸਟਿਊਮ। ਮੇਰਾ ਕਲਚਰ ਤੁਹਾਡੀ ਕਾਸਟਿਊਮ ਨਹੀਂ ਹੈ, ਤਮਾਸ਼ਾ ਨਹੀਂ ਹੈ, ਇਹ ਬਿੰਦੀ ਕਲਚਰ ਚੋਂ ਆਉਂਦੀ ਹੈ। ਸੋ ਇਹਨੂੰ ਅਸੀਂ ਕਿੱਥੇ ਗਿਣਾਂਗੇ, ਮਤਲਬ ਕਿੱਥੇ ਜਾ ਕੇ ਉਹ ਲਾਈਨ ਹੈ ਕਿ ਇਹ ਐਪਰੋਪ੍ਰੀਏਸ਼ਨ ਹੈ ਕਿ ਨੈਚੁਰਲ ਆਰਗੈਨਿਕ? ਬਿਕੋਜ਼ ਉਹ ਐਨੀ ਲਾਈਨ ਬਲਰ ਕਰਦੀ ਹੈ, ਇਸੇ ਲਈ ਤਾਂ ਸਭ ਕੁਝ ਜਿਹੜਾ ਵਲਗਰਾਈਜੇਸ਼ਨ ਹੋ ਰਿਹਾ, ਇਸੇ ਲਈ ਤਾਂ ਹੋ ਰਿਹਾ। ਮੇਰੇ ਤਾਂ ਮਾਈਂਡ ਸਵਾਲ ਪੁੱਛਿਆ, ਬੈਲ ਹੁਕਸ ਦਾ ਐਸੇਸ ਆ ਰਹੇ ਸੀਗੇ ਪੌਪ ਕਲਚਰ ਦੇ ਉੱਤੇ, ਨਹੀਂ ਇਸੇ ਲਈ ਤਾਂ ਇਹ ਵਲਗਰਾਈਜੇਸ਼ਨ ਹੋ ਰਿਹਾ, ਬਿਕੋਜ਼ ਕਿਉਂਕਿ ਉਹ ਐਪਰੋਪ੍ਰੀਏਸ਼ਨ ਤੇ ਨੈਚੁਰਲ ਪ੍ਰੋਗਰੈਸ਼ਨ ਦੇ ਵਿੱਚ ਅੰਤਰ ਖਤਮ ਹੋ ਗਿਆ। ਹੁਣ ਜੇ ਇਹ ਗੱਲ ਅਸੀਂ ਡਿਬੇਟ ਕਿਉਂ ਕਰ ਰਹੇ ਹਾਂ, ਇਹ ਡਿਬੇਟ ਇਸ ਕਸਤ ਤੇ ਹੋ ਰਹੀ ਹੈ ਕਿਉਂਕਿ ਆਈਕਨਾਈਜੇਸ਼ਨ ਬਹੁਤ ਇੱਕ ਕਿਸਮ ਦਾ ਇੱਕ ਕਾਸਮੈਟਿਕ ਲੈਵਲ ਤੇ ਹਿੱਟ ਕਰ ਗਈ ਹੈ, ਇਸ ਲਈ ਡਿਬੇਟ ਹੋ ਰਹੀ ਹੈ। ਐਪਰੋਪ੍ਰੀਏਸ਼ਨ ਪਹਿਲੇ ਵੀ ਹੁੰਦੀ ਤੁਸੀਂ ਕਹ ਰਹੇ, ਲੇਕਿਨ ਪਹਿਲੇ ਦੀ ਐਪਰੋਪ੍ਰੀਏਸ਼ਨ ਦੇ ਵਿੱਚ ਇੰਨੀ ਡਿਬੇਟਸ ਇਸ ਲਈ ਨਹੀਂ, ਜਾਂ ਉਹ ਇੰਨਾ ਸਾਨੂੰ ਇਰੀਟੇਟ ਨਹੀਂ ਕੀਤੀਆਂ ਜਿਹਨੇ ਹੁਣ ਕਰ ਰਹੀ ਹੈ। ਇਸ ਲਈ ਨਹੀਂ ਕਿ ਬਿਕੋਜ਼ ਇੱਥੇ ਪ੍ਰੋਗਰੈਸ਼ਨ ਤੇ ਐਪਰੋਪ੍ਰੀਏਸ਼ਨ ਜਿਸ ਇਹ ਮਾਰਕੀਟਿੰਗ ਦਾ ਹਿੱਸਾ ਬਣ ਗਈ ਹੈ। ਇਹ ਮਾਰਕੀਟਿੰਗ ਜਿਹੜਾ ਹੈ ਨਾ, ਮਾਰਕੀਟਿੰਗ ਜਿਹੜੀ ਅੰਬੇਦਕਰ, ਭਗਤ ਸਿੰਘ, ਗਾਂਧੀ, ਸਰਦਾਰ ਪਟੇਲ ਦਾ ਉਹ ਐਡਾ ਮਹਿੰਗਾ ਸਟੈਚੂ, ਉਹ ਕਈ ਵਾਰੀ ਸਮਝ ਨਹੀਂ ਆਉਂਦਾ 3000 ਕਰੋੜ ਕਿੰਨਾ ਹੁੰਦਾ ਹੈ। ਹਿੰਦੁਸਤਾਨ ਨੇ ਮੰਗਲ ਗ੍ਰਹਿ ਤੇ ਜਾਣਾ, ਮਾਰਸ ਦਾ ਸਾਡਾ ਮਿਸ਼ਨ ਹੈ, ਤੇ ਉਹਦੇ ਤੋਂ ਡਬਲ ਬਜਟ ਸਰਦਾਰ ਪਟੇਲ ਦੇ ਸਟੈਚੂ ਦਾ, 2 ਵਾਰੀ ਅਸੀਂ ਮੰਗਲ ਗ੍ਰਹਿ ਜਾ ਆਉਂਦੇ। ਇਹਦਾ ਮਤਲਬ ਹੈ ਵੀ ਉਹ ਹੁਣ ਮਾਰਕੀਟਿੰਗ ਪ੍ਰੋਡਕਟਸ ਨੇ ਸਾਡੇ, ਇਸ਼ਤਿਹਾਰ ਨੇ ਕਿਸੇ ਦੀ ਸਿਆਸਤ ਦੇ। ਰਜੀਵ ਗੁਦਾਰਾ ਜੀ, ਇਸ਼ਤਿਹਾਰ ਹਮੇਸ਼ਾ ਹੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਉਹਨੂੰ ਸਿੰਪਲ ਹੁੰਦਾ, ਮੈਸੇਜ ਸਿੰਪਲ ਹੁੰਦਾ, ਅਸੀਂ ਕੋਈ ਚੀਜ਼ ਵੇਚਣੀ ਹੈ, ਮੈਂ ਤੁਹਾਨੂੰ ਕੰਪਲੈਕਸ ਡਿਬੇਟਸ ਵਿੱਚ ਫਸਾਵਾਂ ਕਿ ਡਾਕਟਰ ਐਂਡ ਦਾ ਸੇਂਟ ਪੜ੍ਹੋ ਜੀ, ਤੇ ਅਰੁੰਧਤੀ ਰਾਏ ਨਾਲ ਗ੍ਰਾਸ ਕਰੋ ਜੀ, ਤੇ ਐਸ ਆਨੰਦ ਨੂੰ ਇਹ ਕਰਨਾ ਚਾਹੀਦਾ ਸੀ, ਨਹੀਂ ਉਹਨਾਂ ਨੇ ਐਪਰੋਪ੍ਰੀਏਟ ਕੀਤੀ ਹੈ ਕਿ ਨਹੀਂ, ਉਹ ਕਨਸਟੀਟੂਐਂਸੀ, ਉਹ ਦਲਿਤ ਦੇ ਹੱਕ ਦੀ ਗੱਲ ਕਰਨ ਵਾਲੇ ਕੌਣ ਹੁੰਦੇ ਨੇ। ਇਹਦੀ ਬਜਾਏ ਮੈਂ ਤੁਹਾਨੂੰ ਸਿੰਪਲ ਦੱਸਾਂ ਕਿ ਮਹਾਰਾਣਾ ਪ੍ਰਤਾਪ ਸੀ ਮਵਾੜ ਦਾ, ਉਹ ਸਾਡਾ ਸ਼ਾਈਨਿੰਗ ਐਗਜ਼ਾਮਪਲ ਹੈ ਇੱਕ ਗ੍ਰੇਟ ਹਿੰਦੂ ਕਿੰਗ ਦਾ ਜਿਹੜਾ ਐਂਸ਼ੀਐਂਟ ਇੰਡੀਆ ਦੇ ਉੱਤੇ ਰਾਜ ਕਰਦਾ ਸੀ। ਬਾਕੀ ਦੇ ਇਨਕਨਵੀਨੀਅੰਟ ਫੈਕਟ ਹੁੰਦੇ ਨੇ। ਮੈਂ ਤੁਹਾਨੂੰ ਇਹ ਕਹਾਂ ਕਿ ਭਾਈ ਉਹਦਾ ਸੈਨਾਪਤੀ ਹਾਕਮ ਖਾਨ ਸੂਰੀ ਸੀ, ਮੁਸਲਮਾਨ ਸੀ, ਜਾਂ ਅਕਬਰ ਮਹਾਨ ਦਾ ਸਿਪਾ ਸਾਲਾਰ ਜਿਹੜਾ ਉਹ ਰਾਜਾ ਮਾਨ ਸਿੰਘ ਸੀ ਜੈਪੁਰ ਵਾਲਾ, ਫਿਰ ਸਾਰਾ ਕੁਝ ਕੰਪਲੀਕੇਟ ਹੋ ਜਾਂਦਾ ਹੈ, ਇਸ਼ਤਿਹਾਰ ਖਰਾਬ ਹੋ ਜਾਂਦਾ, ਸਮਾਨ ਵਿਕੇਗਾ ਨਹੀਂ। ਐਸਪੀ ਜੀ, ਜੋ ਤੁਸੀਂ ਦੱਸ ਰਹੇ ਹੋ ਨਾ, ਇਸ ਤਰ੍ਹਾਂ ਕਹੇ ਤੋਂ ਵੋਟਾਂ ਮਿਲ ਸਕਦੀਆਂ ਨੇ ਤੇ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਸਮਾਜ ਨੂੰ ਵੰਡਿਆ ਜਾ ਸਕਦਾ ਹਿੱਸਿਆਂ ਦੇ ਵਿੱਚ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ, ਹੁੰਦੀ ਹੈ, ਐਸੇ ਕਰਕੇ ਹਿਸਟਰੀ ਨੂੰ ਬਦਲਣ ਦੀ ਗੱਲ ਬੀਜੇਪੀ ਕਰ ਰਹੀ ਹੈ। ਇਸ ਤਰ੍ਹਾਂ ਘਟਨਾਵਾਂ ਇਸ ਤਰ੍ਹਾਂ ਕਰ ਰਹੀਆਂ ਨੇ। ਪਰ ਮੈਨੂੰ ਇਹ ਲੱਗਦਾ ਹੈ ਐਪਰੋਪ੍ਰੀਏਸ਼ਨ ਜੇ ਹੈਗੀ, ਸਪੋਜ਼ ਤੁਸੀਂ ਗਾਂਧੀ, ਭਗਤ ਸਿੰਘ, ਮਹਾਤਮਾ ਗਾਂਧੀ ਨੂੰ ਸਾਰਿਆਂ ਨੂੰ ਆਜ਼ਾਦੀ, ਸਮਤਾ, ਬਰਾਬਰੀ, ਹੈ ਨਾ, ਆਪਨਤਾ, ਕਿਸੇ ਦੇ ਨਾਲ ਕੋਈ ਧੱਕਾ ਨਹੀਂ ਹੋਏਗਾ, ਨਫ਼ਰਤ ਨਹੀਂ ਹੋਏਗੀ, ਇਹਦੇ ਵਾਸਤੇ ਜੇ ਐਪਰੋਪ੍ਰੀਏਟ ਕਰਦੇ ਹੋ ਮੈਨੂੰ ਕੋਈ ਦਿੱਕਤ ਨਹੀਂ। ਪਰ ਮੇਰਾ ਕਹਿਣਾ ਹੈ ਜਦੋਂ ਤੁਸੀਂ ਸਿਰਫ ਨਾਮ ਮਾਤਰ ਤੇ ਕਰਦੇ ਹੋ, ਸਪੋਜ਼ ਕੋਈ ਪੋਲੀਟੀਕਲ ਪਾਰਟੀ ਇਹਨਾਂ ਸਾਰਾ ਇੱਕ ਅੰਸ਼ ਦੀ ਗੱਲ ਕਰਦੀ ਹੈ, ਸਾਡਾ ਸਮਾਜ ਫਿਰ ਚਰਚਾ ਹੀ ਕਰਦਾ ਹੈ। ਤੁਸੀਂ ਭਗਤ ਸਿੰਘ ਦੀ ਗੱਲ ਕੀਤੀ, ਤੁਸੀਂ ਅੰਬੇਡਕਰ ਦੀ ਗੱਲ ਕੀਤੀ, ਤੁਹਾਡੀ ਫਿਰ ਇਹ ਪਾਲਿਸੀ ਉਹਦੀ ਕਿਹੜੀ ਵਿਚਾਰ ਨਾਲ ਸਾਂਝ ਪੈਦਾ ਕਰਦੀ ਹੈ। ਜੇ ਤੁਸੀਂ ਅਪਰੂਵ ਕਰਦੇ ਹੋ, ਤੁਸੀਂ ਕਹਿੰਦੇ ਹੋ ਕਿ ਹਾਂ ਇਹ ਸਾਡਾ ਜਿਹੜਾ ਵਿਚਾਰ ਹੈ ਉਥੋਂ ਡਰਾਈਵ ਹੁੰਦਾ ਹੈ, ਇਸ ਕਰਕੇ ਉਹਦੇ ਵਿਚਾਰ ਦੇ ਮੁਤਾਬਿਕ ਹੈ, ਫਿਰ ਤਾਂ ਠੀਕ। ਜੇ ਤੁਸੀਂ ਉਹਦਾ ਜਵਾਬ ਹੀ ਨਹੀਂ ਦਿੰਦੇ ਫਿਰ ਦਿੱਕਤ ਹੈ, ਕਿਉਂਕਿ ਜਿੱਦਣ ਤੁਸੀਂ ਜਵਾਬ ਦੇਣ ਲੱਗ ਪਏ ਤੇ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕਰਤੇ, ਉਦੋਂ ਲੋਕ ਇਹ ਸੋਚਣਗੇ ਅੱਜ ਅਸੀਂ ਫੋਟੋ ਲਾ ਰਹੇ ਹਾਂ ਭਗਤ ਸਿੰਘ ਤੇ ਅੰਬੇਡਕਰ ਜਾਂ ਗਾਂਧੀ ਦੀ, ਫਿਰ ਜਵਾਬਦੇਹੀ ਹੈ ਸਾਡੀ। ਜਿੱਦਣ ਨੂੰ ਜਵਾਬਦੇਹੀ ਹੋਏਗੀ ਉਦੋਂ ਤੁਹਾਡੀ ਵੋਟ ਤੋੜਨ ਦਾ ਵੀ ਕੰਮ ਕਰੇਗੀ, ਉਹ ਸਵਾਲ ਵੀ ਪੈਦਾ ਕਰੇਗੀ। ਐਸੇ ਕਰਕੇ ਮੈਂ ਕਿਹਾ ਸੋ ਭਗਤ ਸਿੰਘ ਮਹਿੰਗਾ ਪੈ ਸਕਦਾ ਆਮ ਆਦਮੀ ਪਾਰਟੀ ਨੂੰ, ਅੰਬੇਦਕਰ ਮਹਿੰਗਾ ਪੈ ਸਕਦਾ, ਬੀਜੇਪੀ ਨੂੰ ਵੀ ਪੈ ਸਕਦਾ, ਜੇ ਫੋਟੋ ਤੇ ਗੱਲ ਹੋਣੀ ਸ਼ੁਰੂ ਹੋ ਜਾਏ, ਇਵਨ ਗਾਂਧੀ ਕਾਂਗਰਸ ਨੂੰ ਪੈ ਸਕਦਾ,
ਗਾਂਧੀ ਤੇ ਕਾਂਗਰਸ ਮਹਿੰਗਾ ਪੈ ਹੀ ਰਿਹਾ ਨਹੀਂ ਪੈ ਰਿਹਾ ਨਾ ਹਲੇ ਤੱਕ ਤਾਂ ਉਹ ਬੀਜੇਪੀ ਨੂੰ ਤਾਂ ਪੈ ਹੀ ਸਕਦਾ, ਮੈਂ ਕਹਿੰਦਾ ਕਾਂਗਰਸ ਨੂੰ ਵੀ ਵੋਟਾਂ ਪੈ ਸਕਦਾ। ਇਸ ਕਰਕੇ ਜਦੋਂ ਇਹ ਹੋਏਗਾ ਤੇ ਮੈਨੂੰ ਕੋਈ ਪੁੱਛੇ ਤੇ ਮੈਂ ਆਮ ਆਦਮੀ ਪਾਰਟੀ ਨੂੰ ਜਾਂ ਜਿਹੜੇ ਹਰਿਆਣੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਫੋਟੋ ਲਾਈ ਭਗਤ ਸਿੰਘ ਦੀ ਤੇ ਅੰਬੇਡਕਰ ਦੀ, ਮੈਂ ਪੁੱਛਾਂਗਾ ਬਿਲਕਿਸ ਬਾਨੋ ਦੇ ਉੱਤੇ ਤੁਸੀਂ ਚੁੱਪ ਕਿਉਂ ਹੋ? ਦਿੱਲੀ ਦੇ ਵਿੱਚ ਜੋ ਕੁਝ ਹੋਇਆ ਤੁਸੀਂ ਉੱਥੇ ਚੁੱਪ ਕਿਉਂ ਸੀ? ਰਾਜਿੰਦਰਪਾਲ ਗੌਤਮ ਜਿਹਨੇ ਆਪਣੀ ਧਰਮ ਪਰਿਵਰਤਨ ਕਰਕੇ ਬੌਧ ਧਰਮ ਬਣਿਆ, ਆਪਣੇ ਤਰੀਕੇ ਨਾਲ ਉਹਨੂੰ ਕੀਤਾ, ਸੰਵਿਧਾਨ ਉਹਨੂੰ ਛੂਟ ਦਿੰਦਾ ਹੈ। ਤੁਹਾਡੀ ਰਾਜਨੀਤਿਕ ਪਾਰਟੀ ਦਾ ਕੋਈ ਇਹਦੇ ਬਾਰੇ ਕੋਈ ਵਿਜ਼ਨ ਨਹੀਂਗਾ, ਕੋਈ ਲਾਈਨ ਨਹੀਂਗੀ, ਤੁਸੀਂ ਉਹਨੂੰ ਪਾਰਟੀ ਚੋਂ ਕੱਢਿਆ ਵੀ ਨਹੀਂ, ਤੁਸੀਂ ਇਸਤੀਫਾ ਮੰਗਿਆ ਵੀ ਨਹੀਂ ਕਹਿ ਕੇ, ਪਿੱਛੋਂ ਮੰਗ ਲਿਆ ਹੋਣਾ। ਉਹਨੂੰ ਪੁਲਿਸ ਬੁਲਾ ਲੈਂਦੀ ਹੈ ਥਾਣੇ 'ਚ। ਤੁਸੀਂ ਸਤਿੰਦਰਪਾਲ ਜੈਨ ਜਿਹੜਾ 4.5 ਮਹੀਨੇ ਤੋਂ ਥਾਣੇ ਬੁਲਾਏ ਗਏ, ਮੈਂ ਉਹੀ ਕਹਿਣਾ ਨਾ, ਸਤਿੰਦਰਪਾਲ ਜੈਨ 4.5 ਮਹੀਨੇ ਦੇ ਵਿੱਚੋਂ ਜੇਲ੍ਹ 'ਚ ਨੇ, ਤੁਹਾਡੇ ਮਿਨਿਸਟਰ ਹਲੇ ਬਣੇ ਨੇ। ਸਿਸੋਦੀਆ ਦੇ ਉਹਨੂੰ ਨੋਟਿਸ ਆਉਂਦਾ, ਤੁਸੀਂ ਹੰਗਾਮਾ ਕਰ ਦਿੰਦੇ ਹੋ। ਰਾਜਿੰਦਰਪਾਲ ਗੌਤਮ ਨੂੰ ਬੁਲਾਇਆ ਗਿਆ, ਤੁਸੀਂ ਕੁਝ ਨਹੀਂ ਬੋਲੇ। ਥਾਣੇ ਬੁਲਾ ਲਿਆ ਤਾਂ ਕੁਝ ਨਹੀਂ ਬੋਲੇ ਕਿਉਂਕਿ ਉਹ ਗੱਲ ਕੀ ਕਰ ਰਹੇ ਸੀ। ਹੁਣ ਇੱਥੇ ਉਹਨੂੰ ਸਵਾਲ ਕਰਨਾ ਪੈਂਦਾ ਹੈ। ਰਾਜਿੰਦਰਪਾਲ ਗੌਤਮ ਜੀ ਦਾ ਫਿਕਰ ਹੈ, ਮੈਨੂੰ ਭਗਵਾਨ ਗੌਤਮ ਦਾ ਫਿਕਰ ਹੋਇਆ ਪਿਆ। ਮੈਨੂੰ ਇਹ ਦੱਸੋ, ਬੀਜੇਪੀ ਨੇ ਜਾਂ ਆਮ ਆਦਮੀ ਪਾਰਟੀ ਨੇ ਐਪਰੋਪ੍ਰੀਏਟ ਕੀਤਾ ਹੈ ਕਿ ਨਹੀਂ ਕੀਤਾ? ਕਿਉਂਕਿ ਬੀਜੇਪੀ ਨੂੰ ਤਾਂ ਭਗਵਾਨ ਬੁੱਧ ਨਾਲ ਕੋਈ ਪ੍ਰੋਬਲਮ ਨਹੀਂ, ਉਹ ਤਾਂ ਪਾਰਟ ਹੈ, ਪਰ ਭਗਵਾਨ ਬੁੱਧ ਦੀ ਸ਼ਰਨ ਵਿੱਚ ਜਾਣ ਵਾਲੇ ਨਾਲ ਪ੍ਰੋਬਲਮ ਹੈ। ਉਹ ਵਿਚਾਰੇ ਦੀ ਮੰਤਰੀਸ਼ਿਪ ਚਲੀ ਗਈ ਹੈ। ਉਹਨੂੰ ਹੋਇਆ ਐਪਰੋਪ੍ਰੀਏਟ ਕਿ ਨਹੀਂ ਹੋਇਆ? ਜਿਹੜਾ ਧਰਮ ਦਾ ਮਾਮਲਾ ਹੈ, ਕਿਹੜੀ ਪਾਰਟੀ ਇਹ ਕਹਿੰਦੀ ਹੈ ਕਿ ਤੁਹਾਨੂੰ ਆਪਦੇ ਤਰੀਕੇ ਨਾਲ ਧਰਮ ਨੂੰ ਮੰਨਣ ਦੀ ਛੂਟ ਨਹੀਂ? ਬੌਧ ਧਰਮ ਅੰਬੇਡਕਰ ਨੇ ਅਪਣਾਇਆ, ਉਹਨਾਂ ਨੇ 22 ਪ੍ਰਤੀਗਿਆਵਾਂ ਪੜ੍ਹੀਆਂ। ਕੀ ਤੁਸੀਂ ਉਹਨਾਂ ਦੇ ਫੈਸਲੇ ਦਾ ਵਿਰੋਧ ਕਰਦੇ ਹੋ ਜਾਂ ਕਹਿੰਦੇ ਹੋ ਉਹ ਸੰਵਿਧਾਨ ਲਿਖਣ ਵਾਲੇ ਅੰਬੇਡਕਰ ਨੂੰ ਇਹ ਛੂਟ ਨਹੀਂ ਸੀ ਤੇ ਹੁਣ ਤਾਂ ਹੈ ਹੀ ਨਹੀਂ? ਵਿਰੋਧ ਹੁੰਦੇ ਰਹੇ ਨੇ। ਪਾਰਲੀਮੈਂਟ 'ਚ ਅੰਬੇਡਕਰ ਦੀ ਫੋਟੋ ਜਾ ਕੇ ਲੱਗੀ ਹੈ 1990 'ਚ, ਜਦੋਂ ਭਾਰਤ ਰਤਨ ਮਿਲਿਆ। ਮਰਾਠਵਾੜਾ ਯੂਨੀਵਰਸਿਟੀ ਐਮਰਜੈਂਸੀ ਹਟੀ ਸੀਗੀ 77-78 ਤੋਂ ਬਾਅਦ। ਮਰਾਠਵਾੜਾ ਯੂਨੀਵਰਸਿਟੀ ਦਾ ਨਾਮ ਅੰਬੇਡਕਰ ਯੂਨੀਵਰਸਿਟੀ ਰੱਖਣਾ ਸੀ ਤੇ ਤਲਵਾਰਾਂ ਚੱਲ ਗਈਆਂ ਸੀ, ਲਾਸ਼ਾਂ ਵਿਚੀਆਂ ਸੀ, ਹਿੰਸਾ ਹੋਈ ਸੀ। ਇਹ ਅੱਜ ਵੱਖਰੀ ਗੱਲ ਹੈ ਕਿ ਅੰਬੇਡਕਰ ਨਾਲ ਇਸ਼ਕ ਦੁਬਾਰਾ ਜਾਗਿਆ ਇਹਨਾਂ ਪੋਲੀਟੀਕਲ ਪਾਰਟੀਆਂ ਦਾ। ਜੀ ਇਹ ਲਗਾਤਾਰ ਹੁੰਦਾ ਰਿਹਾ, ਹੋਏਗਾ। ਮੈਂ ਕਹਿਣਾ ਜਦੋਂ ਤੁਸੀਂ ਅੰਬੇਡਕਰ ਦੀ ਗੱਲ ਕਰੋਗੇ, ਅੰਬੇਡਕਰ ਨੂੰ ਆਪਦਾ ਧਰਮ ਮੰਨਣ ਦੀ ਛੂਟ ਸੀ। ਅੱਜ ਸੰਵਿਧਾਨ ਸਾਨੂੰ ਸਾਰਿਆਂ ਨੂੰ ਛੂਟ ਦਿੰਦਾ, ਰਾਜਿੰਦਰਪਾਲ ਗੌਤਮ ਨੂੰ ਵੀ ਦਿੰਦਾ। ਅਸੀਂ ਉਹਦੇ ਸਵਾਲ ਕਰਦੇ ਹਾਂ ਤੇ ਕੀ ਤੁਸੀਂ ਸੰਵਿਧਾਨ ਦੀ ਇਸ ਛੂਟ ਦਾ ਨੂੰ ਕੁਐਸਚਨ ਕਰ ਰਹੇ ਹੋ ਕਿ ਇਹ ਛੂਟ ਨਹੀਂ ਹੋਣੀ ਚਾਹੀਦੀ? ਉਹ ਬੀਜੇਪੀ ਕਰੇ, ਰਾਜੀਵ ਗੋਦਾਰਾ ਕਰੇ, ਆਮ ਆਦਮੀ ਪਾਰਟੀ ਕਰੇ ਜਾਂ ਆਮ ਆਦਮੀ ਪਾਰਟੀ ਚੁੱਪ ਰਹੇ? ਸਵਾਲ ਇੱਥੇ ਬਣਦਾ ਹੈ। ਇਸ ਕਰਕੇ ਇਹ ਸਾਰੇ ਆਈਕਨਸ ਤੋਂ ਸਿੱਖਣ ਦੀ, ਇਹਨਾਂ ਦੇ ਵਿਚਾਰਾਂ ਤੋਂ ਕੁਝ ਪੋਜ਼ਿਟਿਵ ਲੈਣ ਦੀ ਲੋੜ ਹੈ। ਇਹਨਾਂ ਦੇ ਜਿੱਥੇ ਟਕਰਾਵ ਨੇ ਉਹਨਾਂ ਨਾਲ ਉਲਝਣ ਦੀ ਬਜਾਏ ਜਿਹੜਾ ਇਹਨਾਂ ਦਾ ਪੋਜ਼ਿਟਿਵ ਜਿਹੜਾ ਹੈ ਬਿਹਤਰ ਸਮਾਜ ਬਣਾਉਣ ਵਾਸਤੇ ਹੈ, ਉਹਨੂੰ ਲੈ ਕੇ ਤੁਸੀਂ ਸਾਰਿਆਂ ਨੂੰ ਨਾਲ ਲਾਓ, ਸਾਰਿਆਂ ਨੂੰ ਐਪਰੋਪ੍ਰੀਏਟ ਤੁਸੀਂ ਕਰੋ, ਵੋਟ ਲਓ, ਪਰ ਤੁਸੀਂ ਉਹ ਵਿਚਾਰ ਤੇ ਉਹ ਜੇ ਸਮਾਜ ਬਣਾਉਣ ਦੀ ਗੱਲ ਕਰੋ ਨਾ। ਤੁਸੀਂ ਸਿਰਫ ਵੋਟ ਲਾਓਗੇ, ਸਿਰਫ ਫੋਟੋ ਚਿਪਕਾਓਗੇ, ਵਿਚਾਰ ਨੂੰ ਅੱਗੇ ਆਣ ਹੀ ਨਹੀਂ ਦਿਓਗੇ। ਮੇਰੀ ਪ੍ਰੋਬਲਮ ਉਹ ਤਾਂ ਮੈਂ ਕਹਿ ਰਿਹਾ ਕਿ ਜਿਹੜੀ ਸਬਸਟੈਂਟਿਵ ਗੱਲ ਹੋਈ ਹੈ, ਸਬਸਟੈਂਟਿਵ ਗੱਲ ਇਹ ਹੋਏਗੀ ਕਿ ਤੁਸੀਂ ਉਹਨਾਂ ਦੇ ਅੰਬੇਡਕਰ ਦੀ ਕਨਸਟੀਟਿਊਸ਼ਨਲਿਜ਼ਮ ਹੈਗੀ, ਅੰਬੇਡਕਰ ਦੇ ਇਹਨੇ ਪੋਜ਼ਿਟਿਵ, ਗਾਂਧੀ, ਤੁਸੀਂ ਇਹਨਾਂ ਨੂੰ ਇੱਕ ਫਰੇਮ ਚ ਰਿਡਿਊਸ ਕਰਕੇ that is interesting, ਰਿਡਿਊਸ ਕਰਤਾ ਆਪਣੀ ਕਨਵੀਨੀਅੰਸ ਦੇ ਤੌਰ। ਮਹਾਤਮਾ ਜੀ ਹੁਣ ਤੁਸੀਂ ਫੋਟੋ ਹੀ ਬਣ ਜਾਓ, ਨਾਲੇ ਫੋਟੋ ਦੇ ਇਲਾਵਾ ਵੀ ਉੱਥੇ ਚਸ਼ਮਾ ਬਣ ਜਾਓ ਸਵੱਛਤਾ ਅਭਿਆਨ ਦਾ, ਠੀਕ ਹੈ ਨਾ? ਤਾਂ ਮੈਂ ਕਹਿ ਰਿਹਾ ਕਿ ਇਸ ਲਈ ਇਹਨਾਂ ਲੋਕਾਂ ਨੇ ਇਹ ਆਈਕਨਸ ਜਿਹੜੇ ਇਸਤੇਮਾਲ ਕੀਤੇ, ਮੈਨੂੰ ਲੱਗਦਾ ਨਹੀਂ ਕਿ ਇਹਨਾਂ ਤੋਂ ਇੱਕ ਡਰਿਵਨ ਹੈ ਕਿਸੇ ਆਈਡੀਓਲੋਜੀਕਲ ਲੈਵਲ ਦੇ ਉੱਤੇ, ਕਿਤੇ ਜਿਵੇਂ ਪਾਲਿਸੀਜ਼ ਦੇ ਲੈਵਲ ਤੇ, ਸਬਸਟੈਂਟਿਵ ਲੈਵਲ ਤੇ ਕਿਤੇ ਆਪਣੀ ਵਿਚਾਰਧਾਰਾ ਕਿਤੇ ਲੈ ਕੇ ਆਏ ਹੈ। ਗਾਂਧੀ, ਅੰਬੇਡਕਰ, ਭਗਤ ਸਿੰਘ, ਜਿੰਨੇ ਵੀ ਆਈਕਨ ਖੜੇ ਕੀਤੇ, ਦੇ ਆਰ ਐਬਸੋਲੂਟਲੀ ਮਿਸਿੰਗ ਫਰਮ ਦੀ ਪਾਲਿਸੀਜ਼ ਆਫ the present day government in the state or in the center। ਉਹਨਾਂ ਕੋਲ ਇੱਕ ਆਰਗੂਮੈਂਟ ਤਾਂ ਹੈ ਹੀ ਹੈ ਨਾ ਹਮੇਸ਼ਾ ਕਿ 70 ਸਾਲ में क्या हुआ। ਉਹ ਕਹਿੰਦੇ ਨੇ 70 ਸਾਲ ਦੇ ਵਿੱਚ 400 ਚੀਜ਼ਾਂ ਦਾ ਨਾਮ, ਸਕੀਮਾਂ, ਸਰਕਾਰੀ ਸਕੀਮਾਂ ਦਾ ਨਾਮ ਨਹਿਰੂ ਗਾਂਧੀ ਪਰਿਵਾਰ ਨੇ ਆਪਣੇ ਲੋਕਾਂ ਦੇ ਨਾਮ ਰੱਖਿਆ, तो इस करके ਅਸੀਂ ਰੱਖ ਰਹੇ ਹਾਂ। सर एक इसके लिए एक फ्रेज और इस्तेमाल किया था 2019 ਦੇ ਵਿੱਚ ਯੋਗੇਂਦਰ ਯਾਦਵ ਦਿੱਲੀ ਯੂਨੀਵਰਸਿਟੀ ਦਿਕਸੀ ਕਾਲਜ 'ਚ ਬੋਲ ਰਹੇ ਸੀ ਵਿਵੇਕਾਨੰਦ ਦੇ ਪ੍ਰੋਗਰਾਮ ਤੇ। ਉਹਨਾਂ ਨੇ ਕਿਹਾ ਵਿਵੇਕਾਨੰਦ ਤੋਂ ਲੈ ਕੇ ਉਸ ਤੋਂ ਬਾਅਦ ਅੰਬੇਡਕਰ, ਭਗਤ ਸਿੰਘ, ਗਾਂਧੀ, ਸਾਰਿਆਂ ਨੂੰ, ਸਾਰੀ ਰਾਜਨੀਤਿਕ ਪਾਰਟੀਆਂ ਜਿਹੜੀ ਕੋਸ਼ਿਸ਼ ਕਰ ਰਹੀਆਂ ਨੇ ਉਹਨਾਂ ਦੇ ਵਿਚਾਰ ਨੂੰ ਕੱਢ ਕੇ ਬਾਹਰ ਖਾਲੀ ਲਿਫਾਫਾ ਬਣਾ ਲੈਣਾ ਚਾਹੁੰਦੇ ਨੇ, ਫਿਰ ਉਹ ਖਾਲੀ ਲਿਫਾਫੇ ਨੂੰ ਕੰਚ ਦੇ ਸ਼ੀਸ਼ੇ ਦੇ ਵਿੱਚ ਬੰਦ ਕਰ ਦਿੰਦੇ ਨੇ ਤਾਂ ਕਿ ਬਾਹਰ ਸਾਡੇ ਨਾਲ ਹੋ ਰਹੀ ਹੈ। ਸੋ ਇਹ ਖਾਲੀ ਲਿਫਾਫਾ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ, ਦਿੱਕਤ ਉਹ ਤੇ ਹੈ, ਸਵਾਲ ਉਹ ਤੇ ਹੈ। ਉਹ ਜਿਹੜੇ ਇਹਨਾਂ ਦੀ ਜਿਹੜੀ ਤਲਵਾਰਾਂ ਖੜਕ ਗਈਆਂ ਨੇ ਵੀ ਮੋਹਾਲੀ ਵਾਲੀ 에ਅਰਪੋਰਟ ਦਾ ਨਾਮ ਕਿਹਦੇ ਨਾਮ ਤੇ ਰੱਖਣਾ ਹੈ ਤੇ ਉਹਦੇ ਪਿੱਛੇ ਚੰਡੀਗੜ੍ਹ ਲੱਗੇਗਾ ਕਿ ਮੋਹਾਲੀ ਲੱਗੇਗਾ। ਜਿਹੜਾ ਸਬਸਟੈਂਸ ਹੈ ਇਹਨਾਂ ਸਾਰਿਆਂ ਦਾ, ਉਹ ਸਾਰਿਆਂ ਤੋਂ ਹੀ ਲਿਆ ਜਾ ਸਕਦਾ, ਲੈਣਾ ਬਣਦਾ ਵੀ ਹੈ। ਇਹ ਨਹੀਂ ਹੋ ਸਕਦਾ, ਜਾਂ ਮੈਂ ਇਹਨੂੰ ਵੀ ਨਹੀਂ ਕਹਿੰਦਾ ਕੋਈ ਕਵੇ ਤੁਸੀਂ ਅੱਛਾ ਗਾਂਧੀ ਨੂੰ ਮੰਨਦੇ ਹੋ ਤਾਂ ਫਿਰ ਅੰਬੇਡਕਰ ਨੂੰ ਕਿਉਂ ਮੰਨਦੇ ਹੋ? ਇਹ ਪੋਲੀਟੀਕਲ ਮੀਟਿੰਗ ਗਰਾਊਂਡ ਤੇ ਅੱਜ ਦੇ ਦੌਰ ਦੇ ਵਿੱਚ ਸਾਨੂੰ ਉਹ ਲੱਭਣ ਦੀ ਲੋੜ ਹੈ। ਅਸੀਂ 50 ਸਾਲ 100 ਸਾਲ ਪਿੱਛੇ ਨਹੀਂ ਗਏ। ਇਸ ਕਰਕੇ ਜਦੋਂ ਅੱਜ ਲੱਭਦੇ ਆ, ਸਾਡੇ ਕੋਲ ਇੱਕ ਸੰਵਿਧਾਨ ਵੀ ਹੈ, ਉਹਦੇ ਬਾਰੇ ਉਹਦੇ ਦਾਇਰਿਆਂ 'ਚ ਗੱਲ ਕਰਦੇ ਹੋਏ ਉਹਨੂੰ ਵੀ ਇਨਹਾਂਸ ਕਰਦੇ, ਉਹਨੂੰ ਹੋਰ ਬਿਹਤਰ ਬਣਾਉਣ ਦੀ ਗੱਲ ਕਰ ਸਕਦੇ ਆ। ਇਹ ਜਿਹੜਾ ਸਪੇਸ ਹੈ ਉੱਥੇ ਲਿਆ ਕੇ ਇਹਨਾਂ ਨੂੰ ਮੀਟਿੰਗ ਪੁਆਇੰਟ ਬਣਾ ਕੇ ਸਾਰਿਆਂ ਦੀ ਗੱਲ ਕਰਨੀ ਚਾਹੀਦੀ ਹੈ। ਹੁਣ ਜਿਹੜੇ ਇਹਨਾਂ ਦੇ ਵਿਚਾਰ ਨੂੰ ਬਾਹਰ ਕੱਢ ਕੇ ਜਿਹੜੀ ਕੋਸ਼ਿਸ਼ ਹੋ ਰਹੀ ਹੈ, ਐਸੇ ਕਰਕੇ ਐਸੇ ਘਟਨਾ ਤੇ ਰਾਜਿੰਦਰਪਾਲ ਗੌਤਮ ਦਾ ਇਸਤੀਫਾ ਹੋ ਜਾਣਾ ਤੇ ਚੁੱਪ ਰਹਿ ਲੈਣਾ, ਜਾਂ ਸਾਂਸਦ ਪ੍ਰਗਿਆ ਠਾਕੁਰ ਦਾ ਨਾਥੂਰਾਮ ਗੋਡਸੇ ਦੀ ਗੱਲ ਕਰ ਲੈਣਾ ਜਿਹੜੀ ਬੀਜੇਪੀ ਦੀ ਸਾਂਸਦ ਹੈ ਤੇ ਬੀਜੇਪੀ ਦਾ ਗਾਂਧੀ ਦੀ ਗੱਲ ਕਰਨਾ,
ਇਹ ਜਿਹੜੀ ਕੰਟਰਡਿਕਸ਼ਨ ਹੈ ਉਹਨੂੰ ਕਿਵੇਂ ਤੁਸੀਂ ਡੀਲ ਕਰੋਗੇ? ਇਹ ਬੇਸਿਕ ਡਿਫਰੈਂਸ ਹੈ। ਗਾਂਧੀ ਦੀ 50 ਗੱਲਾਂ ਨਾਲ ਤੁਸੀਂ ਡੀਲ ਹੋਇਆ ਨਾ, ਉਹਨਾਂ ਨੇ ਗਾਂਧੀ ਤੋਂ ਕੁਝ ਨਹੀਂ ਲਿੱਤਾ, ਸਿਰ ਉਹਦਾ ਸਵੱਛਤਾ ਦਾ ਲਿੱਤਾ ਉਹਨਾਂ ਨੇ। ਜਿੱਥੇ ਕਿਤੇ ਇਮਾਨਦਾਰੀ, ਦੈਟਸ ਦਾ ਪ੍ਰੋਬਲਮ ਨਾ। ਗਾਂਧੀ ਦੀ ਸਵੱਛਤਾ ਝਾੜੂ ਲਾ ਕੇ ਸੜਕ ਸਾਫ਼ ਕਰਨ ਤੋਂ ਨਹੀਂ ਆਂਦੀ ਨਾ, ਉਹਦੀ ਸਵੱਛਤਾ ਤਾਂ ਵਿਚਾਰਾਂ ਦੀ ਵੀ ਹੈ, ਅੰਤਰ ਦੀ ਵੀ ਹੈ ਆਪਦੇ। ਪਰ ਜਿੱਥੇ ਕਿਤੇ ਇਮਾਨਦਾਰੀ ਨਾਲ ਕੋਈ ਗੱਲ ਕਰਦਾ ਉੱਥੇ ਮੈਨੂੰ ਲੱਗਦਾ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਉਹ ਮੈਨੂੰ ਅੱਛਾ ਲੱਗਾ ਕਿ ਅਹਿਮਦਾਬਾਦ ਦੇ ਵਿੱਚ ਮੋਟੇਰਾ ਵਾਲਾ ਜਿਹੜਾ ਸਟੇਡੀਅਮ ਹੈ, ਉਹਨਾਂ ਨੇ ਕਿਹਾ ਕਿ ਕਿਉਂ ਐਵੇਂ ਬਰੀਕ ਜੀ ਗੱਲ ਕਰਨੀ ਹੈ, ਉਹਨਾਂ ਨੇ ਸਰਦਾਰ ਪਟੇਲ ਦਾ ਨਾਮ ਹਟਾਇਆ, ਉਹਦਾ ਨਾਮ ਨਰਿੰਦਰ ਮੋਦੀ ਸਟੇਡੀਅਮ ਰੱਖਿਆ, ਆਪਣੇ ਨਾਮ ਤੇ ਰੱਖਿਆ, ਤੇ ਖੂਬਸੂਰਤ ਬਹੁਤ ਆਲੀਸ਼ਾਨ ਬੜਾ ਵੱਡਾ ਸਟੇਡੀਅਮ ਹੈ। ਇਹ ਕੈਂਡਿਡ ਗੱਲ ਹੈ, ਇਹਦੇ ਵਿੱਚ ਕੋਈ ਲੁਕਾ ਛਿਪਾ ਨਹੀਂ ਹੈ। ਇਹ ਸਾਫ਼-ਸਾਫ਼ ਕਿਹਾ ਜਾ ਰਿਹਾ ਹੈ ਕਿ ਕਿਸ ਦੀ ਹੁਣ ਆਈਕਨਾਈਜੇਸ਼ਨ ਹੋਵੇਗੀ, ਤੇ ਇਹ ਜਿਹੜੀ ਪੈਂਥੀਅਨ ਬਣੀਆਂ ਆ ਰਹੀਆਂ ਨੇ ਨਹਿਰੂ ਗਾਂਧੀ ਤੋਂ, ਉਸ ਪੈਂਥੀਅਨ ਦੇ ਵਿੱਚ ਹੁਣ ਇੱਕ ਨਾਮ ਵੱਡਾ ਆਲਮੋਸਟ ਜੋੜੀ ਚੁੱਕਾ ਹੋਇਆ। ਹੁਣ ਤਾਂ ਮਸਲਾ ਇਹ ਹੈ ਕਿ ਬਾਕੀਆਂ ਨੂੰ ਫਿੱਕੇ ਕਿਵੇਂ ਪਾਣਾ। ਅਕਸ਼ੇ ਕੁਮਾਰ ਜੀ ਕਹਿ ਰਹੇ ਨੇ ਕਿ ਉਹਨਾਂ ਦੀਆਂ ਹੁਣ ਫੋਟੋਆਂ ਬਣਾ ਦੇਣੀਆਂ ਨੇ, ਤੁਸੀਂ ਕਿਹਾ ਉਹਨਾਂ ਦੇ ਲਿਫਾਫੇ ਬਣਾ ਦੇਣੇ ਨੇ। ਇਸ ਸਾਰ ਦੇ ਵਿੱਚ ਮੈਨੂੰ ਚਿੰਤਾ ਸਿਰਫ ਭਗਵਾਨ ਬੁੱਧ ਦੀ ਹੋ ਰਹੀ ਹੈ ਕਿ ਭਗਵਾਨ ਬੁੱਧ ਨੂੰ ਹੁਣ ਭਗਵਾਨ ਵਾਂਗ ਦੇਖਿਆ ਜਾਏਗਾ, ਜਾਂ ਇਸ ਤਰੀਕੇ ਨਾਲ ਕੋਈ ਦੇਖੇਗਾ ਅੱਜ ਦੇ ਸੱਤਾਧਾਰੀ ਲੋਕ ਕਿ ਇਹ ਕੋਈ ਐਸੀ ਸ਼ਕਤੀ ਹੈ ਜਿਹਦੇ ਅਨੁਯਾਈਆਂ ਨੂੰ ਹੁਣ ਰਜਿਸਟ ਕਰਨਾ ਜ਼ਰੂਰੀ ਹੋਵੇਗਾ, ਤੇ ਉਹ ਕੋਈ ਹਿੰਦੂ ਵਿਰੋਧੀ ਚਿਹਰਾ ਪੇਸ਼ ਕਰ ਰਹੇ ਨੇ। ਜ਼ਾਹਿਰ ਹੈ ਇਹ ਬੜੀ ਵੱਡੀ ਪ੍ਰੋਬਲਮ ਹੈ ਐਸੇ ਸਮਿਆਂ ਵਿੱਚ ਜਿਸ ਵੇਲੇ ਦੇਸ਼ ਦਾ ਨਾਮ ਬਦਲਣ ਦੀ ਵੀ ਕਿਧਰੇ ਚਰਚਾ ਸੁਣਾਈ ਦੇ ਰਹੀ ਹੈ। ਚਿੰਤਾ ਵਾਲੇ ਸਮੇਂ ਨੇ, ਆਪਣਾ ਧਿਆਨ ਰੱਖਣਾ। ਅੱਜ ਲਈ ਇੰਨਾ ਹੀ। ਧੰਨਵਾਦ। ਤੇਰਾ ਬਰਖਾ।